The show is sponsored by Ashoka Tandoori Range. Enjoy the Indian taste. ਨਿਊਜ਼ ਓਨਲੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਤਵਿੰਦਰ ਰੰਧਾਵਾ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਆਮ ਆਦਮੀ ਪਾਰਟੀ ਵਿਧਾਇਕ ਅਮਨ ਅਰੋੜਾ ਨੇ ਕੈਪਟਨ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ। ਮੁੱਖ ਮੰਤਰੀ ਨੂੰ ਲਿਖਿਆ ਪੱਤਰ, ਕੈਪਟਨ ਸਰਕਾਰ ਤੇ ਲਾਏ ਗੰਭੀਰ ਦੋਸ਼। ਅੰਮ੍ਰਿਤਸਰ 'ਚ ਕਰੋਨਾ ਦਾ ਕਹਿਰ, ਕੈਬਨਿਟ ਮੰਤਰੀ ਓਪੀ ਸੋਨੀ ਨੇ ਦਿੱਤੀ ਸਖਤ ਪ੍ਰਤੀਕਿਰਿਆ, ਦੱਸਿਆ ਵੱਡੀ ਗਿਣਤੀ 'ਚ ਮਰੀਜ਼ ਸਾਹਮਣੇ ਆਉਣ ਦਾ ਕਾਰਨ। ਜਲੰਧਰ 'ਚ ਬੇਕਾਬੂ ਗੈਸ ਦਾ ਟੈਂਕਰ ਚੱਲਦੀ ਕਾਰ ਉੱਤੇ ਡਿੱਗਿਆ, ਕਾਰ ਸਵਾਰ 2 ਲੋਕਾਂ ਦੀ ਮੌਕੇ ਤੇ ਹੀ ਹੋਈ ਮੌਤ। ਪੁਲਿਸ ਮੁਲਾਜ਼ਮਾਂ ਤੇ ਵਿਅਕਤੀ ਨੇ ਸ਼ਰੇਆਮ ਚਲਾਈਆਂ ਗੋਲੀਆਂ, ਮੌਕੇ ਦੀ ਵੀਡੀਓ ਆਈ ਸਾਹਮਣੇ। ਗੋਲੀਬਾਰੀ 'ਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ, 2 ਜ਼ਖਮੀ। ਸੂਬੇ ਅੰਦਰ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ, ਵੱਡੇ ਪੱਧਰ ਤੇ ਕਿਸਾਨ ਲਗਾ ਰਹੇ ਹਨ ਝੋਨਾ। ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਕਰਨਾ ਪੈ ਰਿਹਾ ਹੈ ਸਾਹਮਣਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਆਮ ਆਦਮੀ ਪਾਰਟੀ ਦੇ ਸੀਨੀਅਰ ਵਿਧਾਇਕ ਅਮਨ ਅਰੋੜਾ ਵੱਲੋਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਿਜਲੀ ਦੇ ਮੁੱਦੇ ਤੇ ਪੱਤਰ ਲਿਖਿਆ ਗਿਆ। ਇਸ ਪੱਤਰ ਵਿੱਚ ਅਰੋੜਾ ਨੇ ਦੋਸ਼ ਲਾਇਆ ਕਿ ਸੱਤਾਧਾਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਪਣੇ ਵਾਅਦੇ ਤੋਂ ਭੱਜ ਰਹੀ ਹੈ। ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦਾ ਅਹਿਮ ਰੋਲ ਅਦਾ ਕਰ ਰਹੀ ਆਮ ਆਦਮੀ ਪਾਰਟੀ ਹਰ ਦਿਨ ਕਿਸੇ ਨਾ ਕਿਸੇ ਮੁੱਦੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦੀ ਹੀ ਰਹਿੰਦੀ ਹੈ। ਅੱਜ ਇੱਕ ਵਾਰ ਫਿਰ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਵੱਲੋਂ ਮੁੱਖ ਮੰਤਰੀ ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ ਹਨ। ਅਮਨ ਅਰੋੜਾ ਨੇ ਕਿਹਾ ਕਿ ਅੱਜ ਕਰੋਨਾ ਮਹਾਮਾਰੀ ਕਾਰਨ ਹਰ ਕਾਰੋਬਾਰ ਵਿੱਚ ਖੜੋਤ ਆਈ ਹੈ। ਉਹਨਾਂ ਦੋਸ਼ ਲਾਇਆ ਕਿ ਸੂਬਾ ਸਰਕਾਰ ਵੱਲੋਂ ਮੀਡੀਅਮ ਸਕੇਲ ਅਤੇ ਲਾਰਜ ਸਕੇਲ ਇੰਡਸਟਰੀ ਨੂੰ ਫਿਕਸ ਚਾਰਜ ਦੇ ਰੂਪ ਵਿੱਚ 350 ਕਰੋੜ ਰੁਪਏ ਦੀ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਸੀ, ਪਰ ਹੁਣ ਇਹ ਮਾਮਲਾ ਪੰਜਾਬ ਰਾਜ ਰੈਗੂਲੇਟਰੀ ਕਮਿਸ਼ਨ ਨੂੰ ਸੌਂਪਿਆ ਜਾ ਰਿਹਾ ਹੈ। ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ। ਦੇਖੋ, ਮੈਂ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇੱਕ ਲੈਟਰ ਲਿਖੀ ਹੈ, ਜਿਸ ਦੇ ਵਿੱਚ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਅੱਜ ਜਿੱਥੇ ਪੂਰੇ ਦੁਨੀਆ ਦੇ ਵਿੱਚ ਸਰਕਾਰਾਂ ਆਪਣੇ ਲੋਕਾਂ ਦੀਆਂ ਬਾਹਾਂ ਫੜਨ ਲੱਗੇ ਹੋਏ ਨੇ, ਉਹਨਾਂ ਦੀ ਹੈਲਪ ਕਰ ਰਹੀਆਂ ਨੇ, ਉੱਥੇ ਹੀ ਕਾਰੋਬਾਰੀ, ਵਪਾਰੀ, ਇੰਡਸਟਰੀ ਜਿਹੜੇ ਇਕਨੋਮੀ ਦਾ ਚੱਕਾ ਚਲਾਉਣ ਦੇ ਵਿੱਚ ਅਹਿਮ ਯੋਗਦਾਨ ਪਾਉਂਦੇ ਨੇ, ਅੱਜ ਜਿੱਥੇ ਉਹਨਾਂ ਦੀ ਬਾਹ ਫੜਨ ਦੀ ਲੋੜ ਹੈ, ਉੱਥੇ ਹੀ ਪੰਜਾਬ ਸਰਕਾਰ ਇੱਕ ਅਜਿਹੀ ਸਰਕਾਰ ਹੈ ਜਿਹੜੀ ਕਿ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਵੀ ਮੁੱਕਰ ਰਹੀ ਹੈ। ਮੈਂ ਕੈਪਟਨ ਸਾਹਿਬ ਨੂੰ ਯਾਦ ਕਰਾਉਣਾ ਚਾਹੁੰਦਾ ਕਿ ਥੋੜੇ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਇੱਕ ਐਲਾਨ ਕੀਤਾ ਸੀ ਕਿ ਜਿਹੜੇ MS ਔਰ LS ਮੀਡੀਅਮ ਔਰ ਲਾਰਜ ਸਕੇਲ ਦੀ ਇੰਡਸਟਰੀ ਹੈ, ਉਹਨਾਂ ਨੂੰ ਫਿਕਸ ਚਾਰजेस ਦੇ ਵਿੱਚੋਂ ਰਾਹਤ ਦਿੱਤੀ ਜਾਏਗੀ। 350 ਕਰੋੜ ਦਾ ਐਲਾਨ ਹੈ ਜਿਹੜਾ ਰਾਹਤ ਦਾ, ਉਹ ਕੀਤਾ ਗਿਆ ਸੀਗਾ, ਪਰ ਅੱਜ ਪੰਜਾਬ ਸਰਕਾਰ ਉਸ ਤੋਂ ਵੀ ਮੁੱਕਰ ਗਈ ਹੈ ਤੇ ਹੁਣ ਰੈਗੂਲੇਟਰੀ ਕਮਿਸ਼ਨ ਦੇ ਹੱਥ ਉਹ ਡੋਰਾਂ ਨੇ ਜਿਹੜੀਆਂ ਉਹ ਫੜਾ ਦਿੱਤੀਆਂ ਗਈਆਂ ਨੇ। ਉਹ ਮਾਫ ਹੁੰਦਾ ਜਾਂ ਨਹੀਂ ਹੁੰਦਾ ਹੈਗਾ, ਉਹ ਹਜੇ ਕਿਸੇ ਨੂੰ ਨਹੀਂ ਪਤਾ ਹੈਗਾ। ਪੰਜਾਬ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉਹ ਜ਼ਰੂਰ ਮੁੱਕਰ ਗਈ ਹੈ। ਔਰ ਇਸੇ ਤਰੀਕੇ ਦੇ ਨਾਲ ਇੰਡਸਟਰੀ ਜਿਸ ਨੂੰ ਅੱਜ ਮਹਿਜ਼ 50% ਵਰਕਫੋਰਸ ਦੇ ਨਾਲ ਕੰਮ ਕਰਨ ਦੇ ਲਈ ਕਿਹਾ ਗਿਆ ਹੈ, ਉਹਨਾਂ ਦੀ ਪ੍ਰੋਡਕਸ਼ਨ ਹੈ ਜਿਹੜੀ ਉਹ ਘਟ ਗਈ ਹੈ, ਜਿਹਦੀ ਵਜ੍ਹਾ ਕਰਕੇ ਫਿਕਸ ਚਾਰजेस ਨੇ ਜਿਹੜੇ ਉਹ ਬਹੁਤ ਵੱਧ ਲੱਗ ਰਹੇ ਨੇ। 15-20 ਰੁਪਏ ਪਰ ਯੂਨਿਟ ਉਹਨਾਂ ਨੂੰ ਪੈ ਰਿਹਾ ਹੈ ਔਰ ਜਿਹੜੀ ਉਹਨਾਂ ਦੀ ਪ੍ਰੋਡਕਸ਼ਨ ਕਾਸਟ ਹੈ ਉਹ ਬਹੁਤ ਵੱਧ ਗਈ ਇਹਦੇ ਨਾਲ, ਤੇ ਜਿਹਦੀ ਵਜ੍ਹਾ ਕਰਕੇ ਉਹ ਕੰਪੀਟੀਸ਼ਨ ਦੇ ਵਿੱਚੋਂ, ਨੈਸ਼ਨਲ ਇੰਟਰਨੈਸ਼ਨਲ ਮਾਰਕੀਟ ਦੇ ਵਿੱਚੋਂ ਜਿਹੜੀ ਇੰਡਸਟਰੀ ਨੇ, ਵਪਾਰੀ ਨੇ ਪੰਜਾਬ ਦੇ, ਉਹ ਆਊਟ ਹੁੰਦੇ ਜਾ ਰਹੇ ਨੇ। ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਦੁਕਾਨਦਾਰ, ਵਪਾਰੀ ਅਜਿਹੇ ਨੇ ਜਿਹੜੇ ਮਾਲਸ ਦੇ ਵਿੱਚ, ਸ਼ਾਪਿੰਗ ਮਾਲਸ ਦੇ ਵਿੱਚ ਜਿਨ੍ਹਾਂ ਦੀਆਂ ਦੁਕਾਨਾਂ ਨੇ, ਜਿਹੜੇ ਕਿ ਹਜੇ ਤੱਕ ਖੁੱਲੇ ਨਹੀਂ ਹੈਗੇ। ਇਸੇ ਤਰੀਕੇ ਦੇ ਨਾਲ ਰੈਸਟੋਰੈਂਟ, ਜਿਮ, ਸਕੂਲ, ਮੈਰਿਜ ਪੈਲੇਸ, ਇਸ ਤਰ੍ਹਾਂ ਦੇ ਵਪਾਰੀ ਨੇ ਜਿਨ੍ਹਾਂ ਦਾ ਕੰਮ ਬਿਲਕੁਲ ਠੱਪ ਪਿਆ, ਬੰਦ ਪਿਆ, ਪਰ ਉਹਨਾਂ ਨੂੰ ਫਿਕਸਡ ਚਾਰजेस ਇਲੈਕਟ੍ਰਿਸਿਟੀ ਦੇ ਬਿੱਲਾਂ ਦੇ ਰੂਪ ਦੇ ਵਿੱਚ ਉਹ ਲੱਗ ਰਹੇ ਨੇ, ਜਿਹਦੀ ਵਜ੍ਹਾ ਕਰਕੇ ਉਹਨਾਂ ਦਾ ਬਹੁਤ ਭਾਰੀ ਨੁਕਸਾਨ ਹੈ ਜਿਹੜਾ ਉਹ ਹੋ ਰਿਹਾ ਹੈ। ਸੋ ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਬੇਨਤੀ ਕੀਤੀ ਹੈ ਕਿ ਜਿੱਥੇ ਅੱਜ ਉਹਨਾਂ ਦੀ ਬਾਹ ਫੜਨ ਦੀ ਲੋੜ ਹੈ, ਉੱਥੇ ਹੀ ਦੂਜੇ ਪਾਸੇ ਹਾਲਾਤ ਇਹ ਨੇ ਕਿ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਨੇ ਜਿਹੜੀਆਂ ਉਹ ਮਹਿਜ਼ 25-30% ਰਹਿ ਗਈਆਂ ਨੇ। ਇਸੇ ਤਰੀਕੇ ਦੇ ਨਾਲ ਕੋਲੇ ਦੀਆਂ ਕੀਮਤਾਂ ਨੇ ਜਿਹੜੀਆਂ ਉਹ ਬਹੁਤ ਸਸਤੀਆਂ ਹੋ ਗਈਆਂ ਨੇ ਇਸ ਸਾਲ ਦੇ ਵਿੱਚ, ਪਰ ਫਿਰ ਵੀ ਇਸ ਸਾਲ ਦੇ ਟੈਰਿਫ ਆਰਡਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਹੜੇ ਨਿੱਜੀ ਔਰ ਸਰਕਾਰੀ ਥਰਮਲ ਪਾਵਰ ਪਲਾਂਟ ਨੇ, ਉਹਨਾਂ ਨੂੰ ਰੈਗੂਲੇਟਰੀ ਕਮਿਸ਼ਨ ਨੇ 11 ਤੋਂ 44 ਪੈਸੇ ਪਰ ਯੂਨਿਟ ਵੱਧ ਪ੍ਰੋਡਕਸ਼ਨ ਕਾਸਟ ਉਹਨਾਂ ਦੀ ਫਿਕਸ ਕੀਤੀ ਹੈ, ਜਿਹਦਾ ਕਿ ਭਾਰ ਆਮ ਲੋਕਾਂ ਦੇ ਉੱਪਰ ਪੈਣ ਜਾ ਰਿਹਾ ਹੈ। ਮੈਂ ਸਮਝਦਾ ਕਿ ਇਹ ਆਲਰੇਡੀ
ਮੰਦੀ ਦੇ ਵਿੱਚੋਂ ਗੁਜ਼ਰ ਰਹੇ ਲੋਕਾਂ ਨੂੰ ਹੋਰ ਮਾਰਨ ਵਾਲੀਆਂ ਗੱਲਾਂ ਨੇ ਜਿਹੜੀਆਂ ਉਹ ਕੈਪਟਨ ਅਮਰਿੰਦਰ ਸਿੰਘ ਜੀ ਕਰ ਰਹੇ ਨੇ। ਸੋ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਅਸੀਂ ਬੇਨਤੀ ਵੀ ਕਰਦੇ ਹਾਂ, ਗੁਜ਼ਾਰਿਸ਼ ਵੀ ਕਰਦੇ ਹਾਂ ਔਰ ਉਹਨਾਂ ਨੂੰ ਅਸੀਂ ਅਲਟੀਮੇਟਮ ਵੀ ਦਿੰਦੇ ਹਾਂ ਕਿ ਉਹ ਇੰਡਸਟਰੀ ਨੂੰ, ਵਪਾਰੀਆਂ ਨੂੰ, ਕਾਰੋਬਾਰੀਆਂ ਨੂੰ ਔਰ ਦੁਕਾਨਦਾਰਾਂ ਨੂੰ, ਛੋਟੇ ਦੁਕਾਨਦਾਰਾਂ ਨੂੰ ਉਹਨਾਂ ਦੇ ਲਈ ਕੋਈ ਰਾਹਤ ਪੈਕੇਜ ਨੇ ਜਿਹੜੇ ਖਾਸ ਤੌਰ ਤੇ ਬਿਜਲੀ ਦੇ ਵਿੱਚ ਉਹ ਐਲਾਨ ਕਰਨ। ਨਹੀਂ ਆਮ ਆਦਮੀ ਪਾਰਟੀ ਦਾ ਟ੍ਰੇਡ ਵਿੰਗ, ਵਪਾਰ ਵਿੰਗ ਹੈ ਜਿਹੜਾ, ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਘਰਾਓ ਕਰੇਗਾ। ਜਨ ਅੰਦੋਲਨ ਹੈ ਜਿਹੜਾ ਉਹ ਛਿੜਿਆ ਜਾਵੇਗਾ। ਪਰ ਇਸ ਤਰੀਕੇ ਦੇ ਨਾਲ ਉਹ ਵਰਗ, ਉਹ ਲੋਕ ਜਿਹੜੇ ਕਿ ਪੰਜਾਬ ਦੀ ਇਕਨੋਮੀ ਦਾ ਅਹਿਮ ਹਿੱਸਾ ਨੇ, ਇਕਨੋਮੀ ਦਾ ਚੱਕਾ ਚਲਾਉਂਦੇ ਨੇ, ਉਹਨਾਂ ਨੂੰ ਮਾਰਨ ਦੀ, ਉਹਨਾਂ ਨੂੰ ਲਤਾੜਨ ਦੀ ਇਜਾਜ਼ਤ ਹੈ ਜਿਹੜੀ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਉਹ ਕਤਈ ਨਹੀਂ ਦਿੱਤੀ ਜਾਏਗੀ ਆਮ ਆਦਮੀ ਪਾਰਟੀ ਵੱਲੋਂ। ਕਰੋਨਾ ਮਹਾਮਾਰੀ ਦੌਰਾਨ ਅਰਥਚਾਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਅਜਿਹੇ ਵਿੱਚ ਜਿੱਥੇ ਸਰਕਾਰ ਨੂੰ ਲੋਕਾਂ ਦੇ ਲਈ ਰਾਹਤ ਪੈਕੇਜ ਦਿੱਤੇ ਜਾਣੇ ਚਾਹੀਦੇ ਹਨ, ਉੱਥੇ ਹੀ ਪੰਜਾਬ ਸਰਕਾਰ ਤੇ ਅਜਿਹੇ ਗੰਭੀਰ ਦੋਸ਼ ਲੱਗਣਾ ਚਿੰਤਾ ਦਾ ਵਿਸ਼ਾ ਹੈ। ਬਿਊਰੋ ਰਿਪੋਰਟ। ਅੰਮ੍ਰਿਤਸਰ ਵਿੱਚ ਕਰੋਨਾ ਦੇ ਮਰੀਜ਼ਾਂ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਜ਼ਿਲ੍ਹੇ ਅੰਦਰ ਕਰੋਨਾ ਦੇ ਮਰੀਜ਼ਾਂ ਦਾ ਅੰਕੜਾ 502 ਤੱਕ ਪਹੁੰਚ ਗਿਆ ਹੈ। ਇਹਨਾਂ ਵਿੱਚੋਂ 135 ਮਰੀਜ਼ ਇਲਾਜ ਅਧੀਨ ਹਨ, ਜਦੋਂ ਕਿ 356 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਕੇ ਘਰ ਚਲੇ ਗਏ ਨੇ। ਪਰ ਅਜੇ ਵੀ ਜ਼ਿਲ੍ਹੇ ਅੰਦਰ ਵੱਡੀ ਗਿਣਤੀ ਵਿੱਚ ਮਰੀਜ਼ ਸਾਹਮਣੇ ਆ ਰਹੇ ਨੇ। ਇਸ ਨੂੰ ਲੈ ਕੇ ਹੁਣ ਪੰਜਾਬ ਦੇ ਮੰਤਰੀ ਓਪੀ ਸੋਨੀ ਵੱਲੋਂ ਸਖਤ ਪ੍ਰਤੀਕਿਰਿਆ ਦਿੱਤੀ ਗਈ ਹੈ। ਸੋ ਇਹੋ ਜਿਹੀ ਕੋਈ ਗੱਲ ਨਹੀਂ ਜਿਹੜਾ ਲੋਕਾਂ 'ਚ ਜ਼ਿਆਦਾ ਡਰ ਫੈਲਾਇਆ ਜਾ ਰਿਹਾ ਹੈ। ਇਹ ਬਹੁਤ ਵੱਡੀ ਪੱਧਰ 'ਤੇ ਪਤਾ ਨਹੀਂ ਅੰਮ੍ਰਿਤਸਰ ਕਿੰਨੇ ਕੁ ਕੇਸ ਆ ਗਏ। ਮੈਂ ਇਹ ਕਲੀਅਰ ਕਰਨਾ ਚਾਹੁੰਦਾ ਕਿ ਅਸੀਂ ਹੁਣ ਸੈਂਪਲਿੰਗ ਜਿਹੜੀ ਆ, ਕਿਉਂਕਿ ਪਹਿਲਾਂ ਸਾਡੇ ਕੋਲ ਇੰਨਾ ਅਰੇਂਜਮੈਂਟ ਨਹੀਂ ਸੀ ਹੈਗਾ ਸਟਾਰਟਿੰਗ 'ਤੇ। ਸੈਂਪਲਿੰਗ ਜਿਹੜੀ ਸੀ ਉਹ ਜਿਹੜੀ ਸੀ ਸਿਰਫ ਕਪੈਸਿਟੀ ਜਿਹੜੀ ਅੰਮ੍ਰਿਤਸਰ ਦੀ ਸੀ ਉਹ 400 ਤੱਕ ਸੀਗੀ ਸਾਡੇ ਕੋਲ। 400 ਕੇਸ ਜਿਹੜਾ ਸੈਂਪਲ ਜਿਹੜਾ ਸੀ ਉਹਨੂੰ ਟੈਸਟ ਕੀਤਾ ਜਾਂਦਾ ਸੀ। ਉਹਦੇ ਜੋ ਬਾਹਰ ਦੇ ਡਿਸਟ੍ਰਿਕਟਾਂ ਦੇ ਵੀ ਆਉਂਦੇ ਸੀ। ਹੁਣ ਅਸੀਂ ਸੀਐਮ ਸਾਹਿਬ ਦੀ ਯੋਗ ਅਗਵਾਈ 'ਚ, ਸੀਐਮ ਸਾਹਿਬ ਨੇ ਤੁਹਾਨੂੰ ਪਤਾ ਹੀ ਹੈ ਸਾਰਾ ਪੰਜਾਬ 'ਚ ਹੀ ਲੱਗੇ ਨੇ। ਸੋ ਪੰਜਾਬ ਦੀ ਪੋਜੀਸ਼ਨ ਜਿਹੜੀ ਆ ਅੱਜ ਵੀ ਦੂਜੀਆਂ ਸਟੇਟਾਂ ਨਾਲੋਂ ਠੀਕ ਹੈ। ਸੋ ਉਹਨਾਂ ਦੀ ਰਹਿਨਮਾਈ 'ਚ, ਉਹਨਾਂ ਦੀ ਸੋਚ ਸਦਕਾ ਅਸੀਂ ਬਾਹਰੋਂ ਇੰਪੋਰਟ ਜਿਹੜੀਆਂ ਮਸ਼ੀਨਾਂ ਜਿਹੜੀਆਂ ਕੀਤੀਆਂ ਨੇ ਟੈਸਟ ਕਰਨ ਵਾਲੀਆਂ, ਜਿਹਦੀ ਕਪੈਸਿਟੀ ਜਿਹੜੀ ਇੱਕ ਮਸ਼ੀਨ ਦੀ ਜਿਹੜੀ ਆ ਉਹ 3000 ਡੇਲੀ ਅਸੀਂ ਕਰ ਸਕਦੇ ਹਾਂ। ਸੋ ਇਸ ਕਰਕੇ ਫਰੀਦਕੋਟ ਵੀ 3000 ਦੇ ਕਰੀਬ ਜਿਹੜਾ ਟੈਸਟ ਰੋਜ਼ ਹੋ ਰਿਹਾ, ਪਟਿਆਲੇ 'ਚ ਵੀ ਹੋ ਰਿਹਾ, ਅੰਮ੍ਰਿਤਸਰ ਵੀ ਹੋ ਰਿਹਾ, ਕਿਉਂਕਿ ਤਿੰਨੇ ਅਸੀਂ ਸਟਾਰਟ ਕਰਤੀਆਂ ਮਸ਼ੀਨਾਂ ਜਿਹੜੀਆਂ ਨੇ। ਹੁਣ ਜਿਹੜੀ ਟੈਸਟਿੰਗ ਆ ਉਹ ਸਾਡੀ ਵੱਧ ਗਈ। ਕੱਲ੍ਹ ਅਸੀਂ ਅੰਮ੍ਰਿਤਸਰ ਦੇ 1000 ਕਰੀਬ ਇਕੱਲੇ ਅੰਮ੍ਰਿਤਸਰ ਦਾ ਟੈਸਟ ਕੀਤਾ, ਜਿੱਦੋਂ ਤੋਂ 10 ਦੇ ਕਰੀਬ ਜਿਹੜੇ ਨੇ ਉਹ ਪੋਜ਼ੀਟਿਵ ਆਏ ਨੇ 1000 'ਚ। ਉਸ ਤੋਂ ਪਹਿਲਾਂ ਇੱਕ ਦਿਨ ਜਿਹੜਾ ਕੀਤਾ ਸੀਗਾ ਉਹਦੇ 'ਚ 6 ਜਿਹੜੇ ਪੋਜ਼ੀਟਿਵ ਆਏ ਸੀ। ਸੋ ਉਸ ਤੋਂ ਪਹਿਲਾਂ ਜਿਹੜਾ ਕੀਤਾ ਸੀ ਉਹਦੇ 'ਚ ਸ਼ਾਇਦ 12 ਆਏ ਸੀਗੇ। ਸੋ ਇਹ ਗਿਣਤੀ ਟੈਸਟਾਂ ਦੀ ਗਿਣਤੀ ਵਧਣ ਕਰਕੇ ਹੁਣ ਜਿਹੜੇ ਨੇ ਕੇਸ ਜਿਹੜੇ ਨੇ ਉਹਨਾਂ ਦੀ ਪੋਜ਼ੀਟਿਵਿਟੀ ਵੀ ਨਾਲ ਗਿਣਤੀ ਜਿਹੜੀ ਵੱਧ ਰਹੀ ਹੈ। ਜੇ 1990 ਜਿਹੜੇ ਨੇ ਉਹ ਨੈਗੇਟਿਵ ਆਏ ਨੇ ਤਾਂ 10 ਜੋ ਪੋਜ਼ੀਟਿਵ ਆਏ ਨੇ। ਸੋ ਉਹ ਏਰੀਏ ਸ਼ਹਿਰ ਦੇ ਅੰਦਰਲੇ ਏਰੀਏ, ਇਹ ਮੈਂ ਗੱਲ ਜ਼ਰੂਰੀ ਕਹਿਣੀ ਚਾਹੁੰਦਾ ਕਿ ਜਿੱਦਣ ਦੇ ਸਾਡੇ ਬਾਜ਼ਾਰ ਅਸੀਂ ਖੋਲ੍ਹੇ ਨੇ, ਸਾਰਾ ਪੰਜਾਬ ਹੀ ਖੋਲ੍ਹਿਆ। ਸੋ ਪਹਿਲੋਂ ਜਿਹੜਾ ਸੀਗਾ ਅਸੀਂ ABC ਅਸੀਂ ਸਿਸਟਮ ਸਟਾਰਟਿੰਗ 'ਤੇ ਚਾਲੂ ਕੀਤਾ ਸੀ। ਫਿਰ ਲੋਕਾਂ ਦੀ ਡਿਮਾਂਡ ਸੀ ਕਿ ਸਾਡਾ ਸਾਰੀਆਂ ਦੁਕਾਨਾਂ ਜਿਹੜੀਆਂ ਖੋਲ੍ਹੀਆਂ ਜਾਣ, ਕਿਉਂਕਿ ਸਾਰੇ ਪੰਜਾਬ 'ਚ ਖੋਲ੍ਹੀਆਂ। ਸੋ ਅਸੀਂ ਸਾਰਾ ਸ਼ਹਿਰ ਜਿਹੜਾ ਖੁਲਾਤਾ ਸੀ, ਅੱਜ ਵੀ ਖੁੱਲ੍ਹਾ। ਸੋ ਸਾਡੇ ਕੇਸ ਜਿਹੜੇ ਸ਼ਹਿਰ ਦੇ ਅੰਦਰੂਨੀ ਏਰੀਏ 'ਚ ਉਹ ਥੋੜ੍ਹੇ ਕੇਸ ਜਿਹੜੇ ਨੇ ਉਹ ਵਧੇ ਨੇ। ਉਹ ਤਕਰੀਬਨ ਜਿਹੜੇ ਨੇ ਅੱਜ ਤੱਕ ਸ਼ਹਿਰ ਦੇ ਅੰਦਰੂਨੀ ਏਰੀਏ 'ਚੋਂ 25-26 ਕੇਸ ਜਿਹੜੇ ਨੇ ਤਕਰੀਬਨ ਉਹ ਜਿਹੜੇ 30 ਦੇ ਕਰੀਬ ਜਿਹੜੇ ਨੇ ਉਹ ਕੇਸ ਪੋਜ਼ੀਟਿਵ ਆਏ ਨੇ। ਸੋ ਜਿਹੜੇ ਇੱਕ ਘਰ ਦੇ ਮੈਂਬਰ ਹੁੰਦਾ ਦੂਜਿਆਂ ਨੂੰ ਨਾਲ ਹੋ ਜਾਂਦਾ। ਇਸ ਕਰਕੇ ਜਿਹੜੇ ਏਰੀਆ 'ਚ ਕੇਸ ਆਏ ਨੇ ਉਹ ਅਸੀਂ ਏਰੀਏ ਸਿਰਫ ਜਿਹੜੇ ਨੇ ਉਹ ਕੰਟੋਨਮੈਂਟ ਏਰੀਏ ਜਿਹੜੇ ਨੇ ਉਹ ਅਸੀਂ ਜਿਹੜੇ ਨੇ ਉਹ ਕੋਸ਼ਿਸ਼ ਕੀਤੇ ਨੇ ਪ੍ਰਸ਼ਾਸਨ ਨੇ, ਜਿਹਦੇ 'ਚ ਇਹ ਹੈਗਾ ਫੁੱਲਾਂ ਵਾਲਾ ਚੌਂਕ ਆ, ਕਟਰਾ ਚੜ੍ਹ ਸਿੰਘ ਆ, ਲੋਹਗੜ੍ਹ ਦਾ ਅੰਦਰਲਾ ਏਰੀਆ, ਸ਼ਕਤੀ ਨਗਰ ਆ, ਕਟਰਾ ਭਾਈ ਸਤ ਸਿੰਘ ਆ, ਬੰਬੇ ਵਾਲਾ ਖੂਹ ਆ, ਸੋ ਕਟਰਾ ਮੋਤੀ ਰਾਮ ਆ। ਇਹ ਜਿਹੜੇ ਭੀੜੇ ਏਰੀਏ ਨੇ ਸ਼ਹਿਰ ਦੇ
ਉਹ ਅਸੀਂ ਕੰਟੋਨਮੈਂਟ ਏਰੀਆ 'ਚ ਲਏ ਨੇ, ਕੋਸ਼ਿਸ਼ ਕੀਤੇ ਨੇ। ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਕਰੋਨਾ ਵਾਇਰਸ ਦੇ 13 ਨਵੇਂ ਮਾਮਲੇ ਸਾਹਮਣੇ ਆਏ ਨੇ, ਜਿਸ ਕਾਰਨ ਸਥਿਤੀ ਲਗਾਤਾਰ ਚਿੰਤਾ ਵਾਲੀ ਬਣਦੀ ਜਾ ਰਹੀ ਹੈ। ਇਹਨਾਂ ਵਿੱਚੋਂ ਇੱਕ ਵਿਅਕਤੀ ਖਾਸ ਗੁਰਦਾਸਪੁਰ, ਇੱਕ ਨੰਗਲ, 2 ਧਾਰੀਵਾਲ, 9 ਸ਼ੁਕਰਪੁਰਾ ਅਤੇ ਬਟਾਲਾ ਨਾਲ ਸੰਬੰਧਿਤ ਹਨ। ਇਸ ਦੀ ਪੁਸ਼ਟੀ ਗੁਰਦਾਸਪੁਰ ਦੇ ਐਸਡੀਐਮ ਸਕੱਤਰ ਸਿੰਘ ਵੱਲੋਂ ਕੀਤੀ ਗਈ ਹੈ। ਕਰੋਨਾ ਦੇ ਲਈ ਜਿਹੜੇ ਸਾਡੀਆਂ ਤਿਆਰੀਆਂ ਨੇ ਉਹ ਲਗਾਤਾਰ ਹੀ ਬਣੀਆਂ ਹੋਈਆਂ ਨੇ। ਅਸੀਂ ਡੇਲੀ ਉੱਤੇ ਕੰਮ ਕਰ ਰਹੇ ਹੈਗੇ ਆ। ਇੱਕ ਥੋੜ੍ਹਾ ਜਿਹਾ ਆ ਰਿਹਾ ਹੈਗਾ ਕਿ ਪਿਛਲੇ ਕੁਝ ਦਿਨਾਂ ਤੋਂ ਸਾਡੇ ਕਮਿਊਨਿਟੀ ਦੇ ਵਿੱਚੋਂ ਕੇਸਿਸ ਆ ਰਹੇ ਨੇ, ਜਿਹਦੇ ਵਿੱਚ ਅੱਜ ਵੀ ਜ਼ਿਲ੍ਹੇ ਦੇ ਵਿੱਚ 13 ਕੇਸ ਪੋਜ਼ਿਟਿਵ ਆਏ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਕੇਸ ਗੁਰਦਾਸਪੁਰ ਦਾ, 2 ਕੇਸ ਧਾਰੀਵਾਲ ਤੋਂ ਨੇ ਅਤੇ ਬਾਕੀ 9 ਕੇਸ ਜਿਹੜੇ ਨੇ ਉਹ ਬਟਾਲਾ ਤੋਂ ਆਏ ਨੇ। ਵਧਣ ਦਾ ਕਾਰਨ ਤਾਂ ਵਾਇਰਸ ਆ, ਵਾਇਰਸ ਦਾ ਸਪਰੈਡ ਆ, ਇਹਨੂੰ ਅਸੀਂ ਪ੍ਰੈਡਿਕਟ ਨਹੀਂ ਕਰ ਸਕਦੇ। ਇਹਦੇ ਲਈ ਮਲਟੀਪਲ ਕਾਰਨ ਹੋ ਸਕਦੇ ਨੇ, ਤਾਂ ਇਹਦੀ ਕੋਈ ਪ੍ਰੈਡਿਕਟੇਬਿਲਿਟੀ ਨਹੀਂ ਹੈ ਕਿ ਇਹ ਕਿਉਂ ਇਵੇਂ ਵੱਧ ਰਹੇ ਨੇ। ਬੇਸਿਕਲੀ ਤਾਂ ਜਿਹੜੇ ਕੋਈ ਪਹਿਲਾਂ ਪੋਜ਼ਿਟਿਵ ਆਏ ਨੇ, ਜਿਵੇਂ ਬਟਾਲੇ ਤੋਂ ਇੱਕ ਕੇਸ ਆਇਆ ਹੈਗਾ, ਤਾਂ ਜਿਹੜਾ ਪੋਜ਼ਿਟਿਵ ਕੇਸ ਸੀਗੇ ਉਹਦੇ 7 ਜਾਂ 8 ਜਿਹੜੇ ਕੇਸ ਨੇ ਉਹਦੇ ਫਸਟ ਕੰਟੈਕਟ ਨੇ। ਦੈਟ ਮੀਨਸ ਕਿ ਜਿਹੜਾ ਕੋਈ ਪੋਜ਼ਿਟਿਵ ਕੇਸ ਹੈ ਜਿਹੜਾ ਉਹਦੇ ਕੰਟੈਕਟ ਦੇ ਵਿੱਚ ਹੁੰਦਾ ਹੈਗਾ, ਉਹਦੀ ਕਾਫੀ ਪੋਸੀਬਿਲਿਟੀ ਰਹਿੰਦੀ ਹੈ ਕਿ ਉਹ ਕੇਸ ਪੋਜ਼ਿਟਿਵ ਮਿਲੇਗਾ। ਇਹ ਤਾਂ ਸਾਡੀ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਕਿਉਂਕਿ ਹੁਣ ਲਾਕਡਾਊਨ ਜਿਹੜਾ ਹੈਗਾ ਉਹ ਖੁੱਲ੍ਹ ਚੁੱਕਾ ਹੈਗਾ, ਤਾਂ ਬਹੁਤ ਸਾਰੀਆਂ ਜਿਹੜੀਆਂ ਨੇ ਪਰਮਿਸ਼ਨਸ ਹੋ ਗਈਆਂ ਨੇ, ਤਾਂ ਹੁਣ ਸੈਲਫ ਰਿਸਟ੍ਰੇਂਟ ਦੀ ਜ਼ਰੂਰਤ ਹੈਗੀ ਆ। ਆਪਣੇ ਪੱਧਰ 'ਤੇ ਸਾਨੂੰ ਸੰਯਮ ਜਿਹੜਾ ਹੈਗਾ ਉਹ ਵਰਤਣ ਦੀ ਜ਼ਰੂਰਤ ਹੈਗੀ ਆ, ਕਿਉਂਕਿ ਵਾਇਰਸ ਡਿਸਕ੍ਰਿਮੀਨੇਟ ਨਹੀਂ ਕਰਦਾ ਹੈਗਾ ਕਿ ਅਸੀਂ ਕੌਣ ਹੈਗੇ ਆ। ਜੇਕਰ ਅਸੀਂ ਸਾਵਧਾਨੀਆਂ ਵਰਤਾਂਗੇ ਤਾਂ ਇਸ ਤੋਂ ਬਚਾਂਗੇ, ਜੇਕਰ ਸਾਵਧਾਨੀ ਨਹੀਂ ਵਰਤੇ ਤਾਂ ਉਹਦੇ ਨਾਲ ਜਿਹੜਾ ਹੈਗਾ ਜ਼ਿਲ੍ਹੇ ਦੇ ਜਿਹੜੇ ਵਾਸੀ ਨੇ ਉਹਨਾਂ ਦੀ ਜਿਹੜੀ ਹੈਗੀ ਆ ਇਸ ਦੀ ਲਪੇਟ ਦੇ ਵਿੱਚ ਆਉਣ ਦੇ ਵਿੱਚ, ਜਿਹੜੀ ਚਪੇਟ ਦੇ ਵਿੱਚ ਆਉਣ ਦਾ ਖਤਰਾ। ਜਲੰਧਰ ਦੇ ਨਕੋਦਰ ਰੋਡ ਉੱਤੇ ਸਥਿਤ ਪ੍ਰਤਾਪਪੁਰਾ ਵਿੱਚ HP ਗੈਸ ਏਜੰਸੀ ਦਾ ਟੈਂਕਰ ਬੇਕਾਬੂ ਹੋ ਕੇ ਇੱਕ ਕਾਰ ਦੇ ਉੱਤੇ ਪਲਟ ਗਿਆ, ਜਿਸ ਦੇ ਨਾਲ ਇੱਕ ਮਹਿਲਾ ਸਮੇਤ 2 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੱਕ ਮਹਿਲਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ, ਜਿਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ। ਦੱਸਦੀ ਕਿ ਕਾਰ ਵਿੱਚ ਫਸੀ ਮਹਿਲਾ ਨੂੰ ਕੜੀ ਮਸ਼ੱਕਤ ਤੋਂ ਬਾਅਦ ਕਾਰ ਚੋਂ ਬਾਹਰ ਕੱਢਿਆ ਗਿਆ। ਪਿਛਲੇ ਦਿਨੀ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ 'ਚ ਪੁਲਿਸ ਟੀਮ ਤੇ ਇੱਕ ਵਿਅਕਤੀ ਵੱਲੋਂ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਸਨ। ਇਸ ਤੋਂ ਬਾਅਦ ਹੁਣ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਹੜੀ ਕਿ ਉਸ ਫਾਇਰਿੰਗ ਵਾਲੇ ਦਿਨ ਦੀ ਦੱਸੀ ਜਾ ਰਹੀ ਹੈ। ਵੇਖਦੇ ਹਾਂ ਇਸ ਖਾਸ ਰਿਪੋਰਟ ਦੇ ਵਿੱਚ। ਸੂਬੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ। ਤਾਜ਼ਾ ਮਾਮਲਾ ਮੋਗਾ ਦੇ ਪਿੰਡ ਖੋਸਾ ਪਾਂਡੋ ਦਾ ਹੈ, ਜਿੱਥੇ ਬੀਤੇ ਦਿਨੀ ਪੁਲਿਸ ਟੀਮ ਤੇ ਇੱਕ ਵਿਅਕਤੀ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਹੁਣ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਹੜੀ ਕਿ ਉਸ ਵਾਰਦਾਤ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ। ਦਰਅਸਲ ਪਿਛਲੇ ਦਿਨੀ ਇੱਥੇ ਪੁਲਿਸ ਟੀਮ ਇੱਕ ਪਰਿਵਾਰਕ ਝਗੜੇ ਨੂੰ ਸੁਲਝਾਉਣ ਲਈ ਪਹੁੰਚੀ ਸੀ ਤਾਂ ਇੱਕ ਵਿਅਕਤੀ ਨੇ ਪੁਲਿਸ ਤੇ ਹੀ ਹਮਲਾ ਕਰ ਦਿੱਤਾ। ਉਸ ਵਾਰਦਾਤ ਵਿੱਚ ਪੁਲਿਸ ਦੇ ਕਾਂਸਟੇਬਲ ਦੀ ਮੌਤ ਹੋ ਗਈ ਸੀ, ਜਦਕਿ 2 ਪੁਲਿਸ ਮੁਲਾਜ਼ਮ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਸਨ। ਵਾਇਰਲ ਵੀਡੀਓ ਵਿੱਚ ਗੋਲੀਆਂ ਚਲਾ ਰਿਹਾ ਵਿਅਕਤੀ ਗੁਰਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ। ਵੀਡੀਓ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਕਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਵੱਲੋਂ ਗੱਲ ਕਰਨ ਲਈ ਕਹਿਣ ਤੇ ਸ਼ਰੇਆਮ ਗੋਲੀਆਂ ਚਲਾ ਰਿਹਾ ਹੈ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਮਿਲਦੇ ਹਾਂ ਇੱਕ ਨਿੱਕੀ ਜੀ ਬ੍ਰੇਕ ਤੋਂ ਬਾਅਦ। This show is sponsored by Ashoka Tandoori Range. Enjoy the Indian taste. This show is sponsored by Ashoka Tandoori Range. Enjoy the Indian taste. ਤਰਨਤਾਰਨ ਦੇ ਹਲਕਾ ਪੱਟੀ ਅੰਦਰ ਮਾਮੂਲੀ ਤਕਰਾਰ ਤੋਂ ਸ਼ੁਰੂ ਹੋਏ ਵਿਵਾਦ ਤੋਂ ਬਾਅਦ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ। ਇਸ ਦੌਰਾਨ ਇੱਕ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਪੁਲਿਸ ਵੱਲੋਂ ਸਿਵਲ ਹਸਪਤਾਲ ਪੱਟੀ ਵਿਖੇ ਦਾਖਲ ਕਰਵਾਇਆ ਗਿਆ ਹੈ। ਕੀ ਹੈ ਪੂਰਾ ਮਾਮਲਾ, ਵੇਖਦੇ ਹਾਂ ਇਸ ਰਿਪੋਰਟ ਦੇ ਵਿੱਚ।
ਪੰਜਾਬ ਸੂਬੇ ਅੰਦਰ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਤਰਨਤਾਰਨ ਦੇ ਹਲਕਾ ਪੱਟੀ ਤੋਂ ਸਾਹਮਣੇ ਆਇਆ ਹੈ, ਜਿੱਥੇ ਮਾਮੂਲੀ ਤਕਰਾਰ ਤੋਂ ਸ਼ੁਰੂ ਹੋਏ ਵਿਵਾਦ ਨੇ ਬਹੁਤ ਜਲਦ ਖੂਨੀ ਰੂਪ ਧਾਰਨ ਕਰ ਲਿਆ। ਇਸ ਵਿਵਾਦ ਦੌਰਾਨ ਸ਼ਰੇਆਮ ਇੱਕ ਧਿਰ ਵੱਲੋਂ ਦੂਜੀ ਧਿਰ ਤੇ ਗੋਲੀਆਂ ਚਲਾਈਆਂ ਗਈਆਂ। ਇਸ ਗੋਲੀਬਾਰੀ ਦੌਰਾਨ ਇੱਕ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਵੀ ਹੋ ਗਿਆ, ਜਿਸ ਨੂੰ ਮੌਕੇ ਤੇ ਪਹੁੰਚੀ ਥਾਣਾ ਸਿਟੀ ਪੁਲਿਸ ਵੱਲੋਂ ਸਿਵਲ ਹਸਪਤਾਲ ਪੱਟੀ ਵਿਖੇ ਦਾਖਲ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੱਟੀ ਦੇ ਡੀਐਸਪੀ ਪ੍ਰਵੇਸ਼ ਕੁਮਾਰ ਨੇ ਦੱਸਿਆ ਕਿ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਇਹ ਵਿਵਾਦ ਸ਼ੁਰੂ ਹੋਇਆ ਸੀ ਅਤੇ ਇਸ ਵਿਵਾਦ ਦੌਰਾਨ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ। ਦੇਖੋ ਜੀ, ਰਾਤ ਨੂੰ ਜਦੋਂ ਮੈਨੂੰ ਪਤਾ ਲੱਗਾ ਕਿ ਇੱਥੇ ਗੋਲੀ ਚੱਲੀ ਹੈ ਤੇ ਐਸਐਚਓ ਮਿਸਟਰ ਅਜੇ ਖੁੱਲਰ ਤੇ ਮੈਂ ਵੀ ਮੌਕੇ ਤੇ ਗਿਆ। ਜਾ ਕੇ ਦੇਖਿਆ ਕਿ ਦੋ ਸਾਂਸੀ ਪਰਿਵਾਰ ਸੀ, ਉਹਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਪੈਸੇ ਨੂੰ ਲੈ ਕੇ, ਜੋ ਇੱਕ ਧਿਰ ਵੱਲੋਂ ਗੋਲੀ ਚਲਾਈ ਗਈ। ਇਹ ਜਦੋਂ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਗਈ, ਉਹਨਾਂ ਨੇ ਦੱਸਿਆ ਕਿ ਹਲੇ ਵੈਰੀਫਾਈ ਕਰਨਾ ਬਾਕੀ ਹੈ। ਇਹ ਐਕਸਪਰਟ ਸਲਾਹ ਦੇਗਾ ਕਿ ਗੋਲੀ ਚੱਲੀ ਕਿ ਨਹੀਂ ਚੱਲੀ। ਖੈਰ ਉਸ ਸੰਬੰਧ ਵਿੱਚ ਮੁਕੱਦਮਾ ਦਰਜ ਕਰਤਾ 307 ਦਾ, ਤੇ ਦੋਸ਼ੀਆਂ ਨੂੰ ਫੜਨ ਵਾਸਤੇ 3-4 ਟੀਮਾਂ ਸੀ ਲਾਈਆਂ, ਜੋ ਹੋ ਸਕਦਾ ਰਾਤ ਤੱਕ ਜਾਂ ਕੱਲ੍ਹ ਸਵੇਰ ਤੱਕ ਅਸੀਂ ਦੋਸ਼ੀ ਫੜ ਲਈਏ। ਤੇ ਮੇਰੇ ਵੱਲੋਂ ਇਹੀ ਸੁਣਿਆ ਤੁਹਾਡੇ ਵੱਲੋਂ, ਤੁਹਾਡੇ ਮਾਰਫਤ ਕਿ ਲੋਕਾਂ ਨੂੰ ਇਹੀ ਗੱਲ ਕੀਤੀ ਜਾ ਰਹੀ ਹੈ ਕਿ ਬਿਲਕੁਲ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਜਿਹੜਾ ਗੁੰਡਾਗਰਦੀ ਕਰੇਗਾ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿੱਤਾ ਜਾਏਗਾ। ਸਰ, ਪਤਾ ਚੱਲਿਆ ਕੌਣ ਦੋਸ਼ੀ ਨੇ ਜਿਨ੍ਹਾਂ ਨੇ ਗੋਲੀ ਚਲਾਈ? ਹਾਂਜੀ, ਉਹ ਬਾਈ ਨੇਮ ਉਹਨਾਂ ਦਾ ਪਰਚਾ ਦਰਜ ਹੋ ਗਿਆ, ਉਹਨਾਂ ਦੀ ਲਿਸਟ ਤੁਹਾਨੂੰ ਦਿੱਤੀ ਜਾਏਗੀ। ਇਧਰ ਦੂਜੇ ਪਾਸੇ ਹਸਪਤਾਲ ਅੰਦਰ ਜੇਰੇ ਇਲਾਜ ਵਿਅਕਤੀ ਧੀਰਾ ਸਿੰਘ ਨੇ ਦੱਸਿਆ ਕਿ ਪਹਿਲਾਂ ਗੋਲੀਆਂ ਚਲਾਉਣ ਵਾਲੇ ਕੁਝ ਵਿਅਕਤੀਆਂ ਦਾ ਔਰਤਾਂ ਨਾਲ ਝਗੜਾ ਹੋ ਰਿਹਾ ਸੀ ਅਤੇ ਉਹਨਾਂ ਵੱਲੋਂ ਔਰਤਾਂ ਤੇ ਹੱਥ ਵੀ ਚੁੱਕੇ ਗਏ ਸਨ, ਜਿਸ ਤੋਂ ਬਾਅਦ ਫਾਇਰਿੰਗ ਸ਼ੁਰੂ ਹੋ ਗਈ। ਗੱਲਬਾਤ ਉੱਥੇ ਝਗੜਾ ਹੁੰਦਾ ਪਿਆ ਸੀ ਜਨਾਨੀਆਂ ਦੇ ਨਾਲ, ਇਹਨਾਂ ਦਾ ਉਹ ਜਨਾਨੀਆਂ ਦੇ ਹੱਥ ਚੁੱਕਦੇ ਪਏ ਸੀ ਕਿਤੇ। ਕੌਣ ਹੈ ਜਿਨ੍ਹਾਂ ਨੇ ਤੁਹਾਡੀ ਗੋਲੀ ਮਾਰੀ ਹੈ? ਇਹ ਰਜੀਪ, ਇੱਕ ਸਾਜਨ ਦਾ ਭਰਾ ਆਪਣਾ ਰਜੀਪ, ਰਾਜਾ, ਭੇਜਾ ਆਪਣਾ ਸਾਹਿਲ, ਤੇ ਕੀ ਉਹਦਾ ਨਾਂ ਗਧੌਰਾ, ਸਾਰੇ ਮੁੰਡੇ ਹੈਗੇ ਸੀ, ਕੁਛ ਅਣਪਛਾਤੇ ਮੁੰਡੇ ਹੈਗੇ ਸੀ। ਉਹ ਆਏ ਆ ਇਸ ਤਰ੍ਹਾਂ ਕਿ ਪਹਿਲੋਂ ਮੁੰਡੇ ਨੇ ਮੇਰੇ ਰਜੀਪ ਨੇ ਫਾਇਰ ਮਾਰਿਆ, ਉਹ ਨਹੀਂ ਵੱਜਾ, ਤੇ ਫਿਰ ਸ਼ਨੀ ਨੇ ਮਾਰਿਆ, ਉਹ ਵੱਜ ਗਈ ਹੈਗੀ ਆ। ਤੇ ਨਾਲ ਹੈਗਾ ਇੱਕ ਭੀਮਾ, ਪਾਰਸ, ਸ਼ਨੀ। ਇਸ ਸੰਬੰਧੀ ਦਰਖਾਸਤ ਦਿੱਤੀ ਕੋਈ? ਨਹੀਂ ਜੀ, ਦਰਖਾਸਤ ਨਹੀਂ ਦਿੱਤੀ, ਪੁਲਿਸ ਨੇ ਸਾਨੂੰ ਆਪ ਖੁਦ ਕਰਾਇਆ ਦਾਖਲ, ਆਪ ਉੱਥੋਂ ਚੁੱਕ ਕੇ ਲਿਆਂਦਾ ਜੀ। ਕੋਈ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ? ਕਾਰਵਾਈ ਹੁਣ ਵੇਖੋ ਹੁਣ ਕੀ ਕਰਦੇ ਆ ਇਹ। ਉਹ ਭਾਜੀ ਇੱਦਾਂ ਵਾ ਵੀ ਮੇਰਾ ਬੇਟਾ ਤੇ ਇੱਕ ਮੁੰਡਾ ਹੋਰ ਸੀ, ਉਹ ਆ ਰਹੇ ਸੀ ਸ਼ਹਿਰ ਚੋਂ ਆ ਰਹੇ ਸੀ, ਤੇ ਬੂਟਾ ਤੇ ਰਾਣਾ ਤੇ ਗੈਂਡਾ ਤੇ ਇਹ ਸਾਰੇ ਜਣੇ ਕਿਤੇ ਮਗਰ ਲੱਗੇ ਸੀ ਉਹਨਾਂ ਦੇ। ਮੈਂ ਤਾਂ ਵੇਖੇ ਨਹੀਂ, ਮੈਨੂੰ ਲੋਕ ਦੱਸਿਆ, ਲੋਕਾਂ ਨੇ ਇਹ ਲੱਗੇ ਸੀ ਮਗਰ ਲੱਗੇ ਸੀ ਤੇ ਇਹਨਾਂ ਨੇ ਗੋਲੀਆਂ ਚਲਾਈਆਂ। ਉਹ ਮੋਟਰਸਾਈਕਲ ਸੁੱਟ ਕੇ ਤੇ ਭੱਜ ਗਏ ਆ, ਤੇ ਮੋਟਰਸਾਈਕਲ ਨੂੰ ਇਹਨਾਂ ਨੇ ਉੱਥੇ ਬਾਬੇ ਮਾਸ਼ਾ ਦੀ ਜਗ੍ਹਾ ਸਾਡੇ, ਉਹ ਜਗ੍ਹਾ ਦੇ ਲਾਗੇ ਇਹਨਾਂ ਨੇ ਅੱਗ ਲਾਤੀ ਮੋਟਰਸਾਈਕਲ ਨੂੰ, ਤੇ ਬੇਟਾ ਮੇਰਾ ਭੱਜ ਕੇ ਤੇ ਕਿਸੇ ਦੇ ਘਰ ਵੜ ਗਿਆ। ਉੱਥੋਂ ਫਿਰ 10-20 ਮਿੰਟਾਂ ਬਾਅਦ ਚ ਭੱਜ ਕੇ ਤੇ ਉੱਥੋਂ ਨਿਕਲ ਕੇ ਤੇ ਉਹ ਭੱਜ ਕੇ ਲੋਕ ਗਿਆ, ਕਿਤੇ ਨਾ ਕਿਤੇ ਚਲਾ ਗਿਆ, ਪਤਾ ਨਹੀਂ ਕਿੱਥੇ ਨਹੀਂ ਗਾ। ਅਸੀਂ ਤਾਂ ਉਹਨੂੰ ਲੱਭਦੇ ਪਏ ਵੀ ਕਿੱਥੇ ਆ ਬੇਟਾ ਮੇਰਾ। ਸੂਬੇ ਅੰਦਰ ਦਿਨ ਦਿਹਾੜੇ ਗੋਲੀਬਾਰੀ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਨੇ। ਲੋੜ ਹੈ ਪ੍ਰਸ਼ਾਸਨ ਨੂੰ ਇਸ ਖਿਲਾਫ ਸਖਤ ਐਕਸ਼ਨ ਲੈਣ ਦੀ। ਪੱਟੀ ਤੋਂ ਪੱਤਰਕਾਰ ਬਲਜੀਤ ਸਿੰਘ ਦੀ ਰਿਪੋਰਟ। ਸੁਲਤਾਨਪੁਰ 'ਚ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਨੇ ਕਿ ਉਹਨਾਂ ਨੇ ਇੱਥੇ ਇੱਕ ਘਰ ਅੰਦਰ ਵੜ ਕੇ ਮਹਿਲਾਵਾਂ ਨੂੰ ਬੰਦੀ ਬਣਾ ਕੇ ਘਰ ਲੁੱਟਣ ਦੀ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਜਦੋਂ ਮਹਿਲਾਵਾਂ ਵੱਲੋਂ ਰੋਲਾ ਪਾਇਆ ਗਿਆ ਤਾਂ ਲੁਟੇਰੇ ਭੱਜਣ ਵਿੱਚ ਕਾਮਯਾਬ ਰਹੇ। ਇਹ ਪੂਰੀ ਵਾਰਦਾਤ ਘਰ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਸੂਬੇ ਅੰਦਰ ਲੁਟੇਰਿਆਂ ਦੇ ਹੌਸਲੇ ਦਿਨੋਂ ਦਿਨ ਬੁਲੰਦ ਹੁੰਦੇ ਜਾ ਰਹੇ ਨੇ। ਆਏ ਦਿਨ ਹਰ ਪਾਸੇ ਨਵੀਂ ਵਾਰਦਾਤ ਸਾਹਮਣੇ ਆ ਰਹੀ ਹੈ। ਤਾਜ਼ਾ ਮਾਮਲਾ ਸੁਲਤਾਨਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਰਾਕੇਸ਼ ਕੁਮਾਰ ਨਾਮ ਦੇ ਉਦਯੋਗਪਤੀ ਦੇ ਘਰ 'ਚ ਲੁਟੇਰਿਆਂ ਵੱਲੋਂ ਮਹਿਲਾਵਾਂ ਨੂੰ ਬੰਦੀ ਬਣਾ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਸ ਦੌਰਾਨ ਜਦੋਂ ਮਹਿਲਾਵਾਂ ਰੋਲਾ ਪਾਉਣ ਵਿੱਚ ਕਾਮਯਾਬ ਰਹੀਆਂ ਤਾਂ ਚਾਰੇ ਲੁਟੇਰੇ ਭੱਜਣ ਵਿੱਚ ਕਾਮਯਾਬ ਰਹੇ। ਇਹ ਪੂਰੀ ਵਾਰਦਾਤ ਘਰ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੁਟੇਰਿਆਂ ਨੇ ਆਪਣੇ ਮੂੰਹ ਨੂੰ ਢੱਕਿਆ ਹੋਇਆ ਸੀ। ਦਿਨੇਸ਼ ਧੀਰ ਸਾਬਕਾ ਪ੍ਰਧਾਨ ਨਗਰ ਕੌਂਸਲ ਸੁਲਤਾਨਪੁਰ ਅੱਜ ਕਰੀਬ 4 ਵਜੇ ਸਾਡਾ ਪੁਰਾਣਾ ਘਰ ਹੈ, ਉੱਥੇ 4 ਬੰਦੇ ਆਏ ਤੇ ਜਿਨ੍ਹਾਂ ਨੇ ਆਪਣੇ ਮੂੰਹ ਢੱਕੇ ਸੀ। ਜਿਹਨੇ ਇੱਕ ਬੰਦੇ ਨੇ ਉੱਥੇ ਕੈਮਰੇ ਦੇ ਉੱਤੇ ਆ ਕੇ ਸਪਰੇਅ ਵੀ ਮਾਰੀ ਔਰ ਅੰਦਰ ਜਾ ਕੇ ਮੇਰੀ ਛੋਟੀ ਭਰਜਾਈ ਸੋਨਾ, ਉਹ ਘਰ ਸੀ, ਉਹਦੇ ਹੱਥ ਬੱਚਾ ਸੀ, ਤੇ ਛੋਟੀ ਸਾਡੀ ਨੂੰਹ ਰਾਣੀ ਘਰ ਸੀ ਤੇ ਮੇਡ ਸੀ। 2 ਜਣੇ ਅੰਦਰ ਚਲੇ ਗਏ ਆ ਤੇ 2 ਜਣੇ ਬਾਹਰ ਮਹੱਲੇ 'ਚ ਖੜੇ ਰਹੇ। ਤੇ ਉਹਨਾਂ ਨੇ ਜਾ ਕੇ ਸਾਡੀ ਭਰਜਾਈ ਨੂੰ ਮੂੰਹ ਉਹਦਾ
ਤੇ ਗਲ ਫੜ ਲਿਆ ਤੇ ਜਿਹੜੀ ਮੇੜ ਆ ਉਹਦੇ ਵੀ ਮੂੰਹ ਤੇ ਟੇਪ ਲਾਉਣ ਲੱਗ ਗਏ। ਉਸ ਤੋਂ ਬਾਅਦ ਉਹਨੇ ਜ਼ੋਰ ਨਾਲ ਉਹਨੂੰ ਧੱਕਾ ਦਿੱਤਾ ਤੇ ਫਿਰ ਸਾਡੀ ਜਿਹੜੀ ਮੂੰਹ ਰਾਣੀ ਸੀ ਉਹਨੇ ਵੀ ਰੌਲਾ ਪਾਇਆ ਤੇ ਰੌਲਾ ਪਾ ਕੇ ਇਹ ਭੱਜ ਗਏ। ਜਦ ਕਿ ਇਹ ਜਿਹੜਾ ਏਰੀਆ ਵਾ ਇਹ ਸੁਲਤਾਨਪੁਰ 'ਚ ਸਭ ਨਾਲ ਸੇਫੈਸਟ ਏਰੀਆ ਵਾ ਔਰ ਇੱਥੇ ਅੱਜ ਦਿਨ ਤੱਕ ਕੋਈ ਇੱਦਾਂ ਦੀ ਵਾਰਦਾਤ ਨਹੀਂ ਹੋਈ। ਔਰ ਜੋ ਸਾਨੂੰ ਸ਼ੱਕ ਆ ਵੀ ਇਹ ਜਿਹੜੇ ਬੰਦੇ ਆ ਇਹ ਨਸ਼ੇ ਵਾਲੇ ਬੰਦੇ ਆ ਔਰ ਇਹ ਨਸ਼ੇ ਵਾਲੇ ਬੰਦੇ ਜਿਹੜੇ ਆ ਇਹਨਾਂ ਨੇ ਆ ਕੇ ਇਹ ਜੋ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ? ਹਾਂਜੀ, ਪੁਲਿਸ ਨੂੰ ਸੂਚਿਤ ਕੀਤਾ ਔਰ ਪੁਲਿਸ ਆਈ ਆ ਔਰ ਪੁਲਿਸ ਦੇ ਬੜੇ ਆਲਾ ਸਾਰੇ ਵੱਡੇ ਅਧਿਕਾਰੀ ਵੀ ਆਏ ਆ ਕਿਉਂਕਿ ਇਹ ਛੋਟੀ ਮੋਟੀ ਵਾਰਦਾਤ ਨਹੀਂ ਹੈ ਕਿਉਂਕਿ ਇਹ ਮਤਲਬ ਸ਼ਹਿਰ ਦੇ ਹਾਰਟ ਦੇ ਵਿੱਚ ਵਾਰਦਾਤ ਹੋਈ ਆ ਜਿਹੜੀ ਬਹੁਤ ਦੁਖਦਾਈ ਘਟਨਾ ਵਾ। ਔਰ ਅਸੀਂ ਪੁਲਿਸ ਨੂੰ ਵੀ ਰਿਕੁਐਸਟ ਕਰਾਂਗੇ ਵੀ ਇਸ ਵੇਲੇ ਜਿਹੜੇ ਵੀ ਇਹ ਸ਼ਹਿਰ 'ਚ ਗੁੰਡਾਇਜ਼ਮ ਤੱਤਵ ਹੈਗੇ ਆ ਇਹ ਉਹਨਾਂ ਨੂੰ ਫੜਿਆ ਜਾਵੇ ਤੇ ਉਹਨਾਂ ਦੇ ਵਿੱਚੋਂ ਇਹ ਬੰਦੇ ਟਰੇਸ ਹੋ ਜਾਣਗੇ। ਇਹ ਐਸਾ ਮੇਰੀ ਸੋਚ ਆ ਕਿਉਂਕਿ ਬੰਦੇ ਬਾਹਰੋਂ ਨਹੀਂ ਆਏ, ਇਹ ਬੰਦੇ ਸਾਰੇ ਲੋਕਲ ਹੀ ਆ, ਲੋਕਲ ਬੰਦੇ ਨੇ ਤੇ ਲੋਕਲ ਬੰਦਿਆਂ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਧਰ ਦੂਜੇ ਪਾਸੇ ਇਸ ਸੰਬੰਧੀ ਜਦੋਂ ਜਾਂਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਤੇ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। 4:10 ਤੇ ਚਾਰ ਨੌਜਵਾਨ ਆਏ ਘਰ 'ਚ ਦਾਖਲ ਹੋਏ ਜਿੱਥੇ ਲੇਡੀ ਸੀ ਰੌਲਾ ਪਾਇਆ ਉਹਨਾਂ ਨੇ ਤੇ ਉਹ ਦੌੜ ਕੇ ਇਹਨਾਂ ਦੇ ਮੂੰਹ ਵੱਡੇ ਹੋਏ ਸੀ। ਜਿਹੜਾ ਇੱਥੇ ਆਉਂਦਾ ਨਾ ਕੋਈ 35 ਬੰਦਾ ਜਾਂਦਾ। ਕੋਈ ਸੀਸੀਟੀ ਕੈਮਰੇ ਵੀਡੀਓ ਕਲੀਅਰ ਹੋਇਆ ਬੰਦਾ? ਕਰ ਰਹੇ ਆ ਜੇ ਕਲੀਅਰ ਨਹੀਂ ਕਰ ਰਹੇ ਫੜ ਲਾਂਗੇ ਜਲਦੀ ਕੋਈ ਗੱਲ ਨਹੀਂ। ਕਿੰਨਾ ਵਕਤ ਸਰ ਉਹ ਘਰ 'ਚ ਰਹੇ ਆ ਸੀਸੀਟੀ ਕੈਮਰੇ ਮੁਤਾਬਕ? ਉਹਦੇ ਮੁਤਾਬਕ ਕੋਈ 2-3 ਮਿੰਟ ਹੀ ਰਹੇ। ਹੁਣ ਪਰਚਾ ਦਰਜ ਕੀਤਾ ਜਾ ਰਿਹਾ? ਇਹ ਦੇਖਦੇ ਹਾਂ ਕੀ ਹਿਸਾਬ ਕਰ। ਇੰਟੈਂਸ਼ਨ ਕੁਝ ਸਮਝ ਲੱਗੀ ਜੀ ਕੀ ਆਉਣ ਦਾ ਕੀ ਕਾਰਨ ਉਹਨਾਂ ਦਾ ਜੀ? ਨਹੀਂ ਅਜੇ ਕੋਈ ਨਹੀਂ, ਕਲੀਅਰ ਹੋ ਜਾਊਗਾ ਇੱਕ ਅੱਧੇ ਦਿਨ 'ਚ ਸਾਨੂੰ ਕਲੀਅਰ ਕਰ ਦਾਂਗੇ ਕਿਹੜੇ ਬੰਦੇ ਆ ਕੀ ਆ ਕਲੀਅਰ ਹੋ ਜਾਣਾ। ਕੋਈ ਭੇਤੀ ਬੰਦਾ ਇੱਥੇ ਕੋਈ ਉੱਦਾਂ ਆ ਹੀ ਨਹੀਂ ਸਕਦਾ। ਇਹ ਕਿਲ੍ਹਾ ਵਾ ਇਹਦੇ ਘੇਰੇ ਤੇ ਗੇਟ ਲੱਗੇ। ਜਿਹੜੇ ਸੀਸੀਟੀ ਕੈਮਰੇ ਲੱਗੇ ਸੀ ਉਹਨਾਂ ਸਪਰੇਅ ਸਪਰੂ ਵੀ ਕੋਈ ਪਾਈ ਗਈ ਹੈ? ਇੱਕ ਜਿਹੜਾ ਐਂਟਰ ਹੋਏ ਜਿੱਥੇ ਉੱਥੇ ਸਪਰੇਅ ਉਹਨਾਂ ਪਾਈ, ਜਿੱਥੇ ਲੇਡੀ ਸੀ ਨਾ ਉੱਥੇ ਸਪਰੇਅ ਉਹਨਾਂ ਨੇ ਪਾਈ। ਸੂਬੇ 'ਚ ਲੁੱਟਖੋ ਚੋਰੀ ਡਕੈਤੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਹਾਲਾਤ ਇਹ ਹਨ ਕਿ ਲੋਕ ਆਪਣੇ ਘਰਾਂ ਅੰਦਰ ਹੀ ਸੁਰੱਖਿਅਤ ਨਹੀਂ ਹਨ। ਇਸ ਸਮੇਂ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਹੋਣੇ ਲਾਜ਼ਮੀ ਨੇ। ਬਿਊਰੋ ਰਿਪੋਰਟ। ਸ਼ਾਹਕੋਟ ਦੇ ਨਜ਼ਦੀਕੀ ਪਿੰਡ ਵਿਖੇ ਇੱਕ ਕਲਯੁਗੀ ਮਾਂ ਨੇ ਆਪਣੇ 6 ਸਾਲਾ ਮਾਸੂਮ ਬੱਚੇ ਨੂੰ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਕਤਲ ਕਰਨ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਮਾਂ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਏ ਦਿਨ ਸੂਬੇ 'ਚ ਕਤਲ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਉੱਥੇ ਹੀ ਨਕੋਦਰ ਦੇ ਨਜ਼ਦੀਕੀ ਪਿੰਡ ਸੋਹਲ ਜਗੀਰ ਤੋਂ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਮਾਂ ਨੇ ਆਪਣੇ ਹੀ 6 ਸਾਲ ਦੇ ਪੁੱਤਰ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ। ਕਤਲ ਕਰਨ ਦੀ ਵਜ੍ਹਾ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ। ਦੱਸ ਦਈਏ ਕਿ ਮੁਲਜ਼ਮ ਮਾਂ ਵੱਲੋਂ ਬੱਚੇ ਦਾ ਕਤਲ ਕਰਨ ਤੋਂ ਬਾਅਦ ਖੁਦ ਨੇ ਛੱਤ ਤੋਂ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਦਿਲ ਕੰਪਾਉਣ ਵਾਲੀ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੇ ਦੇ ਦਾਦਾ ਅਵਤਾਰ ਸਿੰਘ ਵਾਸੀ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਇਟਲੀ 'ਚ ਰਹਿੰਦਾ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਉਹ ਆਪਣੀ ਪਤਨੀ ਚਰਨਜੀਤ ਕੌਰ, ਨੂੰਹ ਕੁਲਵਿੰਦਰ ਕੌਰ ਤੇ ਪੋਤੇ ਅਰਸ਼ਪ੍ਰੀਤ ਸਿੰਘ ਨਾਲ ਘਰ ਵਿੱਚ ਸੀ। ਬੀਤੀ ਰਾਤ ਕਰੀਬ 10 ਵਜੇ ਕੁਲਵਿੰਦਰ ਕੌਰ ਨੇ ਕਮਰੇ ਅੰਦਰੋਂ ਤਾਲਾ ਲਗਾ ਕੇ ਆਪਣੇ ਬੱਚੇ ਦੇ ਚਾਕੂਆਂ ਨਾਲ ਵਾਰ ਕਰ ਦਿੱਤੇ। ਕੁਝ ਸਮੇਂ ਬਾਅਦ ਨੂੰਹ ਕੁਲਵਿੰਦਰ ਕੌਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਚਾਕੂ ਲੈ ਕੇ ਉਹਨਾਂ ਦੇ ਪਿੱਛੇ ਭੱਜੀ, ਪਰ ਕਿਸੇ ਤਰ੍ਹਾਂ ਉਸਨੇ ਭੱਜ ਕੇ ਆਪਣੀ ਜਾਨ ਬਚਾਈ ਤੇ ਬੱਚੇ ਨੂੰ ਚੁੱਕ ਕੇ ਨਕੋਦਰ ਦੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗੱਲਬਾਤ ਮੈਂ ਉੱਧਰ ਪਿਆ ਬੈਠ ਕੇ ਪਹਿਲੀ 'ਚ ਮੰਮੀ ਇੱਥੇ ਪਈ ਆ ਤੇ ਮੰਮੀ ਨੇ ਸੁਣਿਆ ਇਹ ਹੁਣ ਕੁਲਵਿੰਦਰ ਮੈਨੂੰ ਕਾਹਨੇ ਫਿਰ ਨੂੰ ਚੱਕਾ ਜੀ। ਮੈਂ ਉਦੋਂ ਕਹਿੰਦੀ ਹੋਊ ਤੇ ਉੱਦਾਂ ਮੈਨੂੰ ਆਵਾਜ਼ ਮਾਰੀ ਇਹ ਕੁਲਵਿੰਦਰ ਬੂਆ ਨਹੀਂ ਖੋਲ੍ਹਦੀ ਤੇ ਮੈਂ ਉੱਠਿਆ ਮੈਂ ਕਿਹਾ ਐਵੇਂ ਸੁੱਤੀ ਪਈ ਹੋਈ ਰਹਿੰਦੇ ਕੋਈ ਨਾ ਹੀ ਆਪ ਜੀ। ਮੈਂ ਫਿਰ 2-3 ਥੋੜੇ ਮਾਰੇ ਬੂਆ ਟੁੱਟਾ ਨਹੀਂ ਤੇ ਫਿਰ ਮੈਂ ਆਵਾਜ਼ਾਂ ਮਾਰੀਆਂ ਇਹਨੂੰ ਬੂਆ ਖੋਲ੍ਹਤਾ। ਅਸੀਂ ਤੁਹਾਨੂੰ ਮਾਰਦੇ ਹਾਂ। ਮੈਂ ਮੁੰਡੇ ਨੂੰ ਲੈ ਕੇ ਭੱਜ ਗਿਆ ਉਹ 40 ਖੂਤੇ। ਮੈਂ ਕੁਲਵਿੰਦਰ ਮੰਮੀ ਨੂੰ ਕਿਹਾ ਮੈਂ ਆਇਆ ਤੇ ਕੋਈ ਚੀਜ਼ ਕੋਈ ਫੜੀ ਪਤਾ ਨਹੀਂ ਪੁਲਿਸ ਨੇ ਦੇਖੀ ਆ
ਪਤਾ ਨਹੀਂ ਕੀ ਫਲਿਆ ਕੀ ਨਹੀਂ। ਉਹ ਮੁੰਡੇ ਉਹ ਕਰਦਾ ਮਾਰਦੇ ਜੀ, ਤੇ ਬਹੁਤ ਬੁਰੀ ਹਾਲਤ ਵਿਚਾਰੇ ਦੀ। ਅਸੀਂ ਸਾਢੇ 5 ਸਾਲ ਪਾਲਦੇ ਰਹਿ ਗਏ। ਰਾਤ ਕਿੰਨੇ ਵਜੇ ਦੀ ਗੱਲ ਹੈ ਇਹ? ਇਹ 9 ਸਾਢੇ 9 ਵਜੇ ਦੀ ਆ। ਤੈਨੂੰ ਫੋਨ ਕਿੰਨੇ ਵਜੇ ਗਿਆ ਸੀ? ਇੰਨੇ ਕੁ ਵਜੇ ਗਿਆ ਮੈਂ। 9 ਜੀ ਆ ਮੁੰਡਾ ਵੀ ਉੱਥੇ ਸੀ, ਆ ਗਿਆ, ਭੱਜ ਆਇਆ ਸੀ। ਅਸੀਂ ਤਾਂ ਲੈ ਗਏ ਮੁੰਡੇ ਨੂੰ, ਛਾਲ ਮਾਰਤੀ ਕੋਠੇ ਤੋਂ। ਹਾਂ ਮਾਂ ਨੇ। ਤੇ ਮੈਂ ਦੇਖੀ ਨਹੀਂ ਹੈ ਜੀ, ਇੱਥੇ ਨੱਕ ਦੇ ਸੱਚ ਵਾ ਇਹ ਜਾ ਕੇ ਆ ਗਿਆ। ਇਹ ਝਾਰਪੁਰੋਂ ਆ ਗਿਆ, ਕੋਈ ਫੋਨ ਕੀਤੇ ਅਸੀਂ। ਕਿਉਂ ਕੀਤਾ ਕਿ ਉਹਨੇ ਇਹ ਸਾਰਾ ਕੁਝ? ਕੀ ਪਤਾ ਹੁਣ ਕਿਉਂ ਕੀਤਾ, ਦੱਸਿਆ ਵੀ ਨਹੀਂ ਕੁਝ ਪਹਿਲਾਂ? ਕੋਈ ਗੱਲਬਾਤ? ਕੋਈ ਗੱਲਬਾਤ ਨਹੀਂ ਹੋਈ। ਮੈਨੂੰ ਰੋਟੀ ਫਰਾਈ ਆ, ਪ੍ਰਸ਼ਾਦ ਬਣਾਇਆ, ਮੈਨੂੰ ਪ੍ਰਸ਼ਾਦ ਬਣਾਤਾ। ਆਪ ਰੋਟੀ ਮਾਂ ਪੁੱਤ ਖਾਣਾ ਜਾ ਪਏ, ਇਹਦੀ ਮੰਮੀ ਨੂੰ ਰੋਟੀ ਫਰਾਤੀ। ਕੋਈ ਗੱਲਬਾਤ ਨਹੀਂ ਹੋਇਆ। ਮੈਂ ਤਾਂ ਪਿਆ ਸੀ, ਮੈਂ ਕਿਹਾ ਕਿ ਹਾਂ, ਮੈਂ ਕਿਹਾ ਐਵੇਂ ਮਰ ਜਾਂਦੇ ਕੁਛ ਨਹੀਂ ਹੁੰਦੇ, ਮੈਂ ਸੁੱਤੀ ਰਹਿੰਦੇ। ਤੇ ਮੈਂ ਜਾਂ ਮੁੰਡਾ ਦੇਖਿਆ, ਮੁੰਡੇ ਵਿੱਚ ਕੱਖ ਵੀ ਨਾ। ਵਾਰਦਾਤ ਉਪਰੰਤ ਕੁਲਵਿੰਦਰ ਕੌਰ ਨੇ ਛੱਤ ਤੋਂ ਚੜ ਕੇ ਹੇਠਾਂ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖਮੀ ਹੋ ਗਈ, ਜਿਸ ਨੂੰ ਰਿਸ਼ਤੇਦਾਰਾਂ ਵੱਲੋਂ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਕਿ ਉਸ ਦਾ ਇਲਾਜ ਚੱਲ ਰਿਹਾ। ਘਟਨਾ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਅਤੇ ਵਾਰਦਾਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਚਓ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਬੱਚੇ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤੀ ਗਈ ਹੈ ਅਤੇ ਉਸ ਦੀ ਮਾਂ ਕੁਲਵਿੰਦਰ ਕੌਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਠੀਕ ਹੋਣ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਪਿੰਡ ਸੋਲ ਜਗੀਰ ਵਿਖੇ ਇੱਕ 6 ਸਾਲ ਦਾ ਬੱਚਾ ਅਰਸ਼ਪ੍ਰੀਤ ਸਿੰਘ, ਜਿਸ ਦੀ ਕੱਲ ਰਾਤ ਨੂੰ ਜਿਹੜੀ ਹੈ ਹੱਤਿਆ ਕਰ ਦਿੱਤੀ ਗਈ ਹੈ। ਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਹੱਤਿਆ ਕਿਸੇ ਹੋਰ ਨੇ ਨਹੀਂ, ਉਸ ਦੀ ਮਾਂ ਵੱਲੋਂ ਕੀਤੀ ਗਈ ਹੈ। ਮਾਂ ਦਾ ਨਾਮ ਕੁਲਵਿੰਦਰ ਕੌਰ ਹੈ। ਉਸਨੇ ਚਾਕੂ ਮਾਰ ਕੇ ਉਸ ਦੀ ਹੱਤਿਆ ਕੀਤੀ ਤੇ ਉਸ ਤੋਂ ਬਾਅਦ ਖੁਦ ਛੱਤ ਉੱਪਰ ਚੱਲ ਕੇ ਤੇ ਛਾਲ ਮਾਰਤੀ। ਜੋ ਮੁੱਢਲੀ ਤਫਤੀਸ਼ 'ਚ ਜੋ ਆਇਆ ਹੈ, ਜੋ ਆਸ-ਪਾਸ ਦੇ ਲੋਕਾਂ ਤੋਂ ਪਤਾ ਲੱਗਿਆ, ਕਿਉਂਕਿ ਜ਼ਿਆਦਾਤਰ ਇਹ ਫੈਮਿਲੀ ਜਿਹੜੀ ਹੈਗੀ ਇਹ ਪਿੰਡ ਤੋਂ ਬਾਹਰ ਇੱਕ ਡੇਰੇ 'ਤੇ ਰਹਿੰਦੀ ਹੈ। ਗੱਲ ਇਹ ਸਾਹਮਣੇ ਆਈ ਹੈ ਕਿ ਇਹ ਜਿਹੜੀ ਨੂੰਹ ਸੱਸ ਦਾ ਆਪਸ 'ਚ ਨਿੱਕੀ ਨਿੱਕੀ ਜੋ ਨੋਕ ਝੋਕ ਫੈਮਿਲੀ ਆਮ ਹੀ ਪਰਿਵਾਰਾਂ 'ਚ ਹੁੰਦੀ ਹੈ, ਉਹ ਹੋਈ ਸੀਗੀ। ਤੇ ਜਿਸ ਨੂੰ ਲੈ ਕੇ ਇਹ ਜਿਹੜਾ ਬੱਚਾ ਸੀਗਾ, ਕਹਿੰਦੇ ਸੀ ਕਿ ਦਾਦੀ ਨਾਲ ਜ਼ਿਆਦਾ ਮਾਂ ਨਾਲ ਘੱਟ ਸੀਗਾ। ਸੋ ਇਸੇ ਕੰਮ ਨੂੰ ਲੈ ਕੇ ਵੀ ਉਹ ਜਿਹੜੀ ਪ੍ਰੋਬਲਮ ਕ੍ਰੀਏਟ ਹੋਈ ਹੈ ਫੈਮਿਲੀ ਦੇ ਵਿੱਚ। ਉਹ ਰਾਤ ਨੂੰ ਮਤਲਬ ਜਦ ਗੁੱਸੇ ਦੇ ਵਿੱਚ ਆ ਕੇ ਉਸਨੇ ਆਪਣੇ ਬੱਚੇ, ਤਕਰੀਬਨ ਰਾਤ ਦਾ ਪਤਾ ਲੱਗਿਆ 10 ਵਜੇ ਦੇ ਕਰੀਬ, 10 ਸਾਢੇ 10 ਵਜੇ ਕਰੀਬ ਇਹ ਘਟਨਾ ਵਾਪਰੀ ਹੈ। ਤਾਂ ਮੌਕੇ 'ਤੇ ਪਹੁੰਚ ਕੇ ਜਿਹੜੀ ਤਫਤੀਸ਼ ਕੀਤੀ ਹੈ ਤੇ ਪਰਚਾ ਦਰਜ। ਇਹ ਜਿਹੜੀ ਆ ਆਪਣੀ ਨਾਈਫ, ਜਿਹੜਾ ਚਾਕੂ ਹੁੰਦਾ ਜਿਹੜਾ ਆਪਣਾ ਘਰ ਦੇ ਸਬਜ਼ੀ ਵਗੈਰਾ ਕੱਟਣ ਵਾਲਾ, ਇਹੀ ਉਹਦੇ ਨਾਲ ਹੀ ਮਰਿਆ। ਜਿਹੜਾ ਪਹਿਲੀ ਤਫਤੀਸ਼ 'ਚ ਇਹੀ ਆ ਰਿਹਾ ਵੀ ਉਸੇ ਨਾਲ ਹੀ ਮਰਿਆ। ਡੈਡ ਬੋਡੀ ਜਿਹੜੀ ਹੈ ਰਾਤ ਨੂੰ ਹੀ ਆਪਾਂ ਟੇਕ ਓਵਰ ਕਰ ਲਈ ਸੀ ਤੇ ਨਕੋਦਰ ਭੇਜਤੀ ਸੀਗੀ ਪੋਸਟਮਾਰਟਮ ਲਈ। ਅੱਜ ਪੋਸਟਮਾਰਟਮ ਕਰਾ ਕੇ ਜਿਹੜੀ ਹੈ ਡੈਡ ਬੋਡੀ ਹੈਂਡ ਓਵਰ ਕਰਾਂਗੇ। ਤੇ ਜਿਹੜੀ ਦੋਸ਼ਣ ਹੈ ਮਾਤਾ ਕੁਲਵਿੰਦਰ ਕੌਰ, ਉਹਨੇ ਵੀ ਛਾਲ ਮਾਰਨ ਕਰਕੇ ਉਹਦੀ ਜਿਹੜੀ ਨੱਕ ਦੀ ਹੱਡੀ ਜਿਹੜੀ ਕਰੈਕ ਹੋਈ ਆ, ਉਹ ਐਡਮਿਟ ਆ ਜਲੰਧਰ ਹਸਪੀਟਲ ਵਿਖੇ। ਸੋ ਪਰਚਾ ਦਰਜ ਹੈ ਤੇ ਜਲਦੀ ਹੀ ਗ੍ਰਿਫਤਾਰੀ ਕਰਕੇ ਜੋ ਅਗਲੀ ਕਾਰਵਾਈ ਕੀਤੀ ਜਾਏਗੀ। ਮਾਂ ਵੱਲੋਂ ਆਪਣੇ ਬੱਚੇ ਦਾ ਕਤਲ ਕਰ ਦੇਣਾ ਮਮਤਾ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਮਾਂ ਨੂੰ ਅਦਾਲਤ ਸਖਤ ਤੋਂ ਸਖਤ ਸਜ਼ਾ ਦੇਵੇਗੀ ਜਾਂ ਨਹੀਂ। ਬਿਊਰੋ ਰਿਪੋਰਟ। ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ਦੀ ਪੁਲਿਸ ਨੇ ਇੱਕ ਫੇਕ IPS ਨੂੰ ਗ੍ਰਿਫਤਾਰ ਕਰ ਮਾਮਲਾ ਦਰਜ ਕਰ ਲਿਆ। ਵਿਅਕਤੀ ਦਾ ਨਾਮ ਪ੍ਰਵੀਨ ਕੁਮਾਰ ਹੈ ਅਤੇ ਇਸ ਉੱਤੇ ਪਹਿਲਾਂ ਵੀ 420 ਦੇ ਮਾਮਲੇ ਦਰਜ ਹੋ ਚੁੱਕੇ ਨੇ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਵੀਨ ਕੁਮਾਰ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ ਅਤੇ ਆਪਣੇ ਆਪ ਨੂੰ CBI ਦਾ ADGP ਦੱਸਦਾ ਸੀ। ਅੰਮ੍ਰਿਤਸਰ ਦੇ ਇੱਕ ਵਿਅਕਤੀ ਵੱਲੋਂ ਪ੍ਰਵੀਨ ਕੁਮਾਰ ਵੱਲੋਂ CBI ਵਿੱਚ ਇੰਸਪੈਕਟਰ ਲਗਾਉਣ ਦੇ ਨਾਮ ਉੱਤੇ 15 ਲੱਖ ਰੁਪਏ ਮੰਗੇ ਗਏ ਸਨ ਅਤੇ ਉਸ ਵਿਅਕਤੀ ਵੱਲੋਂ 1,60,000 ਰੁਪਏ ਵੀ ਦੇ ਦਿੱਤੇ ਗਏ ਸਨ। CBI ਦੇ ADGP ਦਾ ਨਕਲੀ I ਕਾਰਡ ਵੀ ਬਰਾਮਦ ਕੀਤਾ ਗਿਆ ਹੈ।
ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਦਾ ਨਾਮ ਪ੍ਰਦੀਪ ਕੁਮਾਰ ਏਲੀਅਸ ਪ੍ਰਵੀਨ ਕੁਮਾਰ ਹੈ ਸਬਰਵਾਲ ਹੈਗਾ। ਇਹਦੇ ਖਿਲਾਫ ਪਹਿਲਾਂ ਵੀ 420 ਦੇ ਜਿਹੜੇ 20 ਮੁਕੱਦਮੇ ਦਰਜ ਆ। ਕੱਲ੍ਹ ਅਸੀਂ ਜਿਹੜਾ ਮੁਕੱਦਮਾ ਦਰਜ ਕੀਤਾ, ਹੁਣ ਇਹਦੇ ਖਿਲਾਫ ਜਿਹੜੇ 21 ਮੁਕੱਦਮੇ ਜਿਹੜੇ ਇਹ 420 ਦੇ ਦਰਜ ਹੈ। ਇਹ ਬੜਾ ਹੀ ਸ਼ਾਤਰ ਕਿਸਮ ਦਾ ਵਿਅਕਤੀ ਹੈਗਾ। ਇਹ ਆਪਣੇ ਆਪ ਨੂੰ PK ਖੰਡੇਵਾਲ IPS ਐਡੀਸ਼ਨਲ DGP ਕ੍ਰਾਈਮ ਬ੍ਰਾਂਚ ਦਿੱਲੀ ਦਾ ਦੱਸਦਾ ਹੈਗਾ। ਇਹ ਆਪਣੇ ਆਪ ਹੀ ਫੋਨ ਕਰ ਦਿੰਦਾ ਸੀਗਾ ਅਤੇ ਇਸੇ ਹੀ ਤਰ੍ਹਾਂ ਠੱਗੀਆਂ ਮਾਰਦਾ ਸੀ। ਦਿਲਪ੍ਰੀਤ ਨਾਂ ਦਾ ਵਿਅਕਤੀ ਜੋ ਖੰਡ ਵਾਲੇ ਬੈਂਕ ਦੇ ਵਿੱਚ ਕੰਮ ਕਰਦਾ ਸੀ, ਉਸ ਨੂੰ ਇਹਨੇ ਇੱਕ ਝੂਠਾ ਲਾਰਾ ਲਾਇਆ ਸੀਗਾ ਕਿ ਮੈਂ 15 ਲੱਖ ਰੁਪਈਆ ਤੂੰ ਮੈਨੂੰ ਦੇ ਦੇ, ਮੈਂ ਤੈਨੂੰ IB ਦੇ ਵਿੱਚ ਬਤੌਰ ਇੰਸਪੈਕਟਰ ਜਿਹੜਾ ਹੈਗਾ ਭਰਤੀ ਕਰਵਾ ਦਿਆਂਗਾ, ਮੈਂ ਤੈਨੂੰ ਅਪਾਇੰਟਮੈਂਟ ਲੈਟਰ ਲੈ ਕੇ ਦੇਵਾਂਗਾ। ਇਸੇ ਇਵੇਜ ਦੇ ਵਿੱਚ ਉਹਨੇ 60,000 ਰੁਪਈਆ ਜਿਹੜਾ ਟੋਕਨ ਮਨੀ ਪਹਿਲਾਂ ਦੇ ਦਿੱਤੀ। ਜਦੋਂ ਉਹਨੂੰ ਸ਼ੱਕ ਹੋਇਆ ਅਤੇ ਉਹ ਸਾਡੇ ਇੰਸਪੈਕਟਰ ਅਨਿਲ ਕੁਮਾਰ ਜਿਹੜੇ SHO ਇਸਲਾਮਾਬਾਦ ਲੱਗੇ, ਉਹਨਾਂ ਨੇ ਉਹਨਾਂ ਨਾਲ ਸੰਪਰਕ ਕੀਤਾ। ਉਹ ਜਦੋਂ ਸੰਪਰਕ ਕੀਤਾ ਅਤੇ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਉਹਦਾ ਬਿਆਨ ਲਿਖ ਕੇ ਪਰਚਾ ਦਰਜ ਕੀਤਾ। ਦਰਜ ਕਰਨ ਤੋਂ ਬਾਅਦ ਅਸੀਂ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਇਸ ਵਿਅਕਤੀ ਦੇ ਕੋਲੇ ਜਿਹੜੇ ਉਹਨੇ ਜਾਲੀ ਇੱਕ ਜਿਹੜਾ ਹੈਗਾ ਵਿਜ਼ਿਟਿੰਗ ਕਾਰਡ ਜਿਹੜਾ ਬਣਾ ਕੇ ਰੱਖਿਆ ਹੋਇਆ ਸੀਗਾ, ਜਿਹੜਾ ਉਹ ਵਿਜ਼ਿਟਿੰਗ ਕਾਰਡ ਦਿਖਾਇਆ ਸੀ, ਇਹੀ ਵਿਜ਼ਿਟਿੰਗ ਕਾਰਡ ਉਹਨੇ ਦਿਲਪ੍ਰੀਤ ਨੂੰ ਦਿਖਾਇਆ ਸੀਗਾ। ਔਰ ਉਹ ਮੋਬਾਈਲ ਫੋਨ ਤੋਂ ਜਿਹੜਾ ਹੈਗਾ ਆਪਣੇ ਤੋਂ ਇਹ ਫੋਨ ਕਰਦਾ ਸੀ, ਆਪ ਹੀ ਫੋਨ ਕਰ ਦਿੰਦਾ ਸੀ ਅਤੇ ਉਸ ਤੋਂ ਬਾਅਦ ਇਹ ਕਹਿੰਦਾ ਸੀਗਾ ਕਿ ਮੇਰਾ ਭਰਾ ਜਿਹੜਾ ਹੈਗਾ ਉਹ ਇੱਕ ਐਡੀਸ਼ਨਲ DGP ਰੈਂਕ ਦਾ ਆਫਿਸਰ ਹੈਗਾ, ਉਹਦੇ ਨਾਲ ਮੈਂ ਗੱਲਬਾਤ ਕਰਕੇ ਕਰਦਾ। ਇਸੇ ਤਰ੍ਹਾਂ ਹੀ ਪਹਿਲਾਂ ਵੀ ਇਹਦੇ ਖਿਲਾਫ ਕਾਫੀ ਮੁਕੱਦਮੇ ਦਰਜ ਹੈਗੇ ਆ। ਹੁਣ ਇਹ ਲੋਕਾਂ ਨਾਲ ਇਸ ਤਰ੍ਹਾਂ ਦੀਆਂ ਠੱਗੀਆਂ ਮਾਰਦਾ ਸੀ ਔਰ ਕਈ ਮਹਿਕਮਿਆਂ ਦੇ ਵਿੱਚ ਵੀ ਅੱਗੇ ਅਸੀਂ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਇਹਦਾ ਰਿਮਾਂਡ ਲੈ ਕੇ। ਇਹਨੇ ਹੋ ਸਕਦਾ ਹੈਗਾ ਕਾਫੀ ਜਿਹੜੀਆਂ ਇਸੇ ਕਿਸਮ ਦੀਆਂ ਜਿਹੜੀਆਂ ਠੱਗੀਆਂ ਕੀਤੀਆਂ ਹੁਣ ਇਹ ਜਿਹੜਾ ਨੈਟਵਰਕ ਲਾਲ ਬਣਿਆ ਹੋਇਆ ਸੀ। ਸੂਬੇ ਅੰਦਰ ਅੱਜ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋਇਆ ਹੈ। ਪੰਜਾਬ ਅੰਦਰ ਵੱਡੀ ਤਾਦਾਦ 'ਚ ਕਿਸਾਨ ਝੋਨਾ ਲਗਾ ਰਹੇ ਨੇ, ਪਰ ਇਸ ਦੌਰਾਨ ਕਿਸਾਨਾਂ ਨੂੰ ਮਜ਼ਦੂਰਾਂ ਦੀ ਘਾਟ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬਾ ਸਰਕਾਰ ਵੱਲੋਂ ਝੋਨੇ ਦੀ ਲਵਾਈ ਲਈ ਨਿਰਧਾਰਿਤ ਕੀਤੀ ਗਈ 10 ਜੂਨ ਦੀ ਤਾਰੀਖ ਤੋਂ ਅੱਜ ਪੰਜਾਬ ਅੰਦਰ ਵੱਡੇ ਪੱਧਰ ਤੇ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋ ਗਿਆ ਹੈ, ਪਰ ਕੋਰੋਨਾ ਵਾਇਰਸ ਕਾਰਨ ਇਸ ਵਾਰ ਕਿਸਾਨਾਂ ਨੂੰ ਲੇਬਰ ਦੀ ਘਾਟ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਜਦੋਂ ਸਾਡੇ ਵੱਲੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪੰਜਾਬ ਅੰਦਰ ਇਸ ਵਾਰ ਝੋਨਾ ਕਾਫੀ ਲੇਟ ਹੋ ਸਕਦਾ ਹੈ। ਕਿਸਾਨਾਂ ਨੇ ਕਿਹਾ ਹੈ ਕਿ ਮਜ਼ਦੂਰਾਂ ਦੀ ਘਾਟ ਕਾਰਨ ਉਹ ਬਹੁਤ ਪਰੇਸ਼ਾਨ ਹਨ। ਇਸ ਤੋਂ ਇਲਾਵਾ ਮਸ਼ੀਨ ਰਾਹੀਂ ਝੋਨੇ ਦੀ ਬਿਜਾਈ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਕਾਮਯਾਬ ਨਹੀਂ ਹੈ। ਕਿਸਾਨਾਂ ਨੇ ਦੁਖੀ ਹੁੰਦਿਆਂ ਕਿਹਾ ਹੈ ਕਿ ਜੇਕਰ ਹਾਲਾਤ ਅਜਿਹੇ ਹੀ ਰਹੇ ਤਾਂ ਉਹ ਕਿਸਾਨੀ ਛੱਡਣ ਲਈ ਮਜਬੂਰ ਹੋ ਜਾਣਗੇ। ਦਿੱਕਤਾਂ ਸਾਰਾ ਸਾਨੂੰ ਲੇਬਰ ਦੀ ਬੜੀ ਆ ਰਹੀ ਹੈ। ਇਸ ਵਾਰ ਸਰਕਾਰ ਨੇ ਪਾਲਿਸੀਆਂ ਇੰਨੀਆਂ ਗਲਤ ਆ ਜੀ। ਸਾਰੀਆਂ ਲੇਬਰਾਂ ਜਿੰਨੀਆਂ ਵੀ ਬੈਠੀਆਂ ਸੀ, ਚਾਹੇ ਫੈਕਟਰੀਆਂ 'ਚ ਬੈਠੀਆਂ, ਚਾਹੇ ਪਿੰਡਾਂ 'ਚ ਬੈਠੀਆਂ ਜੀ, ਸਾਰੀਆਂ ਘਰਾਂ ਨੂੰ ਭੇਜਤੀਆਂ ਜੀ। ਹੁਣ ਇੰਨੀ ਕੁ ਦਿੱਕਤ ਆ ਰਹੀ ਹੈ ਜੀ, ਸਾਨੂੰ ਕੋਈ ਬੰਦਾ ਨਹੀਂ ਮਿਲਦਾ। ਅਸੀਂ ਆਪ ਝੋਨਾ ਲਾ ਰਹੇ ਹਾਂ ਵਿੱਚ। ਹੁਣ ਅਸੀਂ ਕੱਦੂ ਕਰੀਏ ਕਿ ਝੋਨਾ ਲਾਈਏ ਜਾਂ ਕੋਈ ਖਾਦ ਪਾਣੀ ਪਿੱਛੇ ਦੇਖੀਏ ਕੀ ਕਰੀਏ ਜੀ। ਇਸ ਕਰਕੇ ਲੇਬਰ ਦੀ ਬੜੀ ਪ੍ਰੋਬਲਮ ਆ ਰਹੀ ਹੈ ਸਰ ਜੀ। ਸਰਕਾਰ ਕਹਿ ਰਹੀ ਹੈ ਕਿ ਤੁਹਾਨੂੰ ਅੱਜ ਤੋਂ 8 ਘੰਟੇ ਬਿਜਲੀ ਦਿੱਤੀ ਜਾਊਗੀ, ਹੋਰ ਸਹੂਲਤਾਂ ਵੀ ਮੁਹੱਈਆ ਕਰਾਈ ਜਾਣਗੀ। ਕੀ ਲੱਗਦਾ ਸਰ ਅਸੀਂ ਇਕੱਲੀ ਬਿਜਲੀ ਨੂੰ ਦੱਸੋ ਕੀ ਕਰੀਏ? ਬਿਜਲੀ ਨੂੰ ਹੁਣ ਬਿਜਲੀ ਆਉਂਦੀ ਆ, ਫਰਜ਼ ਕਰੋ 8 ਘੰਟੇ ਆ ਗਏ, ਅਸੀਂ ਕੱਦੂ ਕਰ ਦਿੰਦੇ ਹਾਂ, ਖੇਤ ਭਰ ਕੇ ਰੱਖ ਦਿੰਦੇ ਹਾਂ ਪਾਣੀ ਨਾਲ। ਜੇ ਬੰਦਾ ਹੀ ਨਾ ਲੇਬਰ ਹੀ ਨਾ ਹੋਊਗੀ ਤਾਂ ਅਸੀਂ ਝੋਨਾ ਕਿੱਥੋਂ ਲਵਾ ਲਾਂਗੇ ਜੀ? ਤੁਸੀਂ ਆਪ ਸਿਆਣੇ ਹੋ ਸਰ। ਕੱਲਾ ਲਾਈਟ ਨੂੰ ਨਾ ਆਪਾਂ ਕਰੀਏ ਵੀ ਲਾਈਟ ਆ ਰਹੀ ਹੈ, ਲੇਬਰ ਹੋਊਗੀ ਤਾਂ ਝੋਨਾ ਲੱਗੂਗਾ ਜੀ। ਇਸੇ ਤਰ੍ਹਾਂ ਹੀ ਇੱਕ ਹੋਰ ਕਿਸਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਮਸ਼ੀਨ ਨਾਲ ਝੋਨਾ ਬੀਜਿਆ ਗਿਆ ਸੀ ਪਰ ਉਹ ਕਾਮਯਾਬ ਨਹੀਂ ਹੋਇਆ। ਦਿੱਕਤਾਂ ਜੀ ਲੇਬਰ ਕਿੰਨੀ ਬਹੁਤ ਵੱਡੀਆਂ ਦਿੱਕਤਾਂ ਨੇ। ਅਸੀਂ ਪਹਿਲਾਂ ਤਾਂ ਝੋਨਾ ਬੀਜਿਆ ਡਰੈਲ ਨਾਲ, ਚਲੋ ਆਪ ਨਹੀਂ ਲਈ ਹੈਗੀ, ਦੋਸਤ ਮਿੱਤਰ ਦੀ ਲਿਆਂਦੀ, ਉਹ ਮੀਂਹ ਬਾਰਿਸ਼ ਪੈ ਗਈ, ਬਾਰਿਸ਼ ਨਾਲ ਖਰਾਬ ਹੋ ਗਿਆ, ਦੁਬਾਰਾ ਵਾਹੁਣਾ ਪਿਆ, ਦੁਬਾਰਾ ਵਾਹ ਕੇ ਫੇਰ ਹੁਣ ਝੋਨਾ ਬੀਜ ਰਹੇ ਹਾਂ। ਲੇਬਰ ਜਿੱਦਾਂ ਲਾਕਡਾਊਨ ਹੋਇਆ ਉਸ ਦਿਨ ਦੀ ਲੇਬਰ ਆਈ ਬੈਠੀ 8 ਬੰਦੇ। ਉਦੋਂ ਤੋਂ ਬਾਅਦ ਸਾਨੂੰ ਲੇਬਰ ਨਹੀਂ, ਸਾਨੂੰ ਚਾਹੀਦੇ 40 ਬੰਦੇ ਘੱਟੋ ਘੱਟ। ਉਦੋਂ ਬਾਅਦ ਲੇਬਰ ਕੋਈ ਨਹੀਂ ਆਈ ਹੈਗੀ। ਹੁਣ ਲੇਬਰ ਦੇ ਨਾਲ ਰਹਿਣਾ ਪੈਂਦਾ, ਵੀ ਇਹ ਵੀ ਨਹੀਂ ਪਤਾ ਲੇਬਰ ਨੂੰ ਕੋਈ ਬੰਦਾ ਹੋਰ ਨਾ ਲੈ ਜਾਵੇ ਪੱਟ ਕੇ। ਗਰੀਬ ਬੰਦੇ ਆ, ਦਿਹਾੜੀ ਕਰਨ ਆਇਆ, ਮਜ਼ਦੂਰੀ ਕਰਨ ਆਇਆ, ਇਹਨਾਂ ਨੂੰ ਲਾਲਚ ਵੀ ਹੋ ਸਕਦਾ। ਫਿਰ ਵੀ ਇਹ ਬੰਦੇ ਸਾਡੀ ਕਦਰ ਕਰਦੇ ਨੇ ਜੇ ਅਸੀਂ ਇਹਨਾਂ ਦੀ ਕਰਦੇ ਹਾਂ। ਇਹ ਵੀ ਜਿਹੋ ਜਿਹੇ ਅਸੀਂ ਆ ਉਹ ਜਿਹੇ ਆ। ਸਾਨੂੰ ਇਹਨਾਂ ਦੇ ਨਾਲ ਵੀ ਕਈ ਵਾਰ ਲਾਉਣਾ ਪੈ ਜਾਂਦਾ, ਸ਼ਾਬਾਸ਼ ਬਈ ਲਾਓ ਝੋਨਾ, ਅਸੀਂ ਤੁਹਾਡੇ ਨਾਲ ਲਾ ਜਾਂਦੇ ਹਾਂ। ਬਹੁਤ ਗੱਲਾਂ ਦਿੱਕਤਾਂ ਤਾਂ ਕਰਨਾ, ਜਿੱਦਣ ਦੇ ਆਏ ਆ ਸਮਝ ਲਓ ਤੁਸੀਂ। ਇਹ ਸਰਕਾਰਾਂ ਤਾਂ ਕਰਦੀਆਂ ਨੇ ਵੀ ਅਸੀਂ ਆਹ ਦੇਤਾ ਜੀ, ਰਾਸ਼ਨ ਬਣਤਾ ਪਿੰਡਾਂ 'ਚ। ਇਹ ਨਹੀਂ ਹੈਗਾ ਵੀ 10 ਕੇ ਮੰਡੋ, ਜਿਹਨੇ ਦੇਣਾ ਉਹ ਤਾਂ ਜੱਟ ਜ਼ਿਮੀਂਦਾਰ ਜਿਹੜਾ ਪੈਦਾ ਕਰਦਾ ਉਹ ਦੇ ਸਕਦਾ, ਉਹਦੀ ਆਪਦੀ ਆ, ਉਹ ਆਪਦੀ ਫਸਲ ਬੀਜਦਾ, ਆਪਦੀ ਜਿਹਨੂੰ ਮਰਜ਼ੀ ਦੇਵੇ। ਹੁਣ ਕਣਕ ਦਿੱਤੀ ਆ, ਅਸੀਂ ਕੋਈ ਇਹ ਤਾਂ ਨਹੀਂ ਦਿੱਤਾ ਚੈਨਲਾਂ ਦੱਸਿਆ ਵੀ ਜੱਟ ਜ਼ਿਮੀਂਦਾਰਾਂ ਨੇ ਕਣਕਾਂ ਮੰਡੀਆਂ ਐਂ ਕਰਿਆ। ਇਹ ਤਾਂ ਇੱਕ ਕਹਿੰਦਾ ਸੋਸ਼ਲ ਵਾਂਗੂ ਬਈ ਅਸੀਂ ਤਾਂ ਨੰਬਰ ਬਣਾਉਣ ਲੱਗੇ ਹਾਂ। ਉਹ ਗੱਲਾਂ ਗਲਤ ਨੇ ਸਰਕਾਰਾਂ ਵਾਸਤੇ ਵੀ। ਜਦ ਤਾਈਂ ਜ਼ਿਮੀਂਦਾਰ ਕਾਮਯਾਬ ਨਹੀਂ ਹੁੰਦਾ, ਮੁਲਕ ਕੋਈ ਕਾਮਯਾਬ ਨਹੀਂ ਹੋਊਗਾ। ਕੈਨੇਡਾ ਚਲੇ ਜਾਓ, ਅਮਰੀਕਾ ਚਲੇ ਜਾਓ, ਮੈਂ ਉੱਧਰ ਗੀੜਾ ਕੱਢ ਕੇ ਆਇਆ, ਦੇਖ ਕੇ ਆਇਆ, ਉੱਧਰ ਜ਼ਿਮੀਂਦਾਰ ਕਾਮਯਾਬ ਨੇ। ਕਾਹਤੋਂ ਕਾਮਯਾਬ ਨੇ?
ਉਹ ਸਾਰਾ ਕੰਮ ਵੀ ਚਾਹੇ ਹੱਥੀਂ ਕਰਦੇ, ਉਹਨੂੰ ਮਸ਼ੀਨਰੀ ਆ, ਸਬਸਿਡੀ ਮਿਲਦੀ ਆ, ਤੇਲ 'ਤੇ ਸਬਸਿਡੀ ਆ, ਬਹੁਤ ਕੁਛ ਇਹੋ ਜਿਹਾ ਕੁਛ ਸਰਕਾਰਾਂ ਦੇ ਰਹੀਆਂ। ਆਪਣੀਆਂ ਇੱਥੇ ਸਰਕਾਰਾਂ ਜਿੱਦਾਂ ਦਾ ਲੋਕਡਾਊਨ ਹੋਇਆ, ਤੇਲ ਬਾਹਰੋਂ ਸਸਤਾ ਆਉਣ ਦੀ ਬਜਾਏ ਮਹਿੰਗਾ ਕਰਤਾ। ਗੱਡੀਆਂ ਤਾਂ ਚੱਲਦੀਆਂ ਸੀ, ਜ਼ਿਮੀਂਦਾਰਾਂ ਤਾਂ ਫਸਲ ਵੱਢਣੀ ਸੀ, ਕਣਕ ਵੱਢੀ ਆ, ਚਲਾਇਆ ਸਾਰਾ। ਐਕਤੀ ਲੇਬਰ ਡੀਜ਼ਲ ਕੰਬਾਈਨ ਦਾ ਲਾ ਕੇ ਸਾਰਾ ਲਾ ਕੇ ਤੂੜੀਆ ਮਸ਼ੀਨ ਲਾ ਕੇ ਮੇਰਾ 3.25 ਲੱਖ ਦਾ ਡੀਜ਼ਲ ਜਲ ਗਿਆ। ਉੱਥੋਂ ਜ਼ਿਮੀਂਦਾਰ ਕਰੂ ਕੀ? ਜਿਹੜੇ ਜ਼ਿਮੀਂਦਾਰ ਇੰਨਾ ਕੁ ਔਖਾ ਵਾ ਜ਼ਿਮੀਂਦਾਰਾਂ ਦਾ ਵੀ ਆਪਾਂ ਕਹਿ ਨਹੀਂ ਸਕਦੇ ਕੁਛ। ਇਹ ਤਾਂ ਗੱਲਾਂ ਮਾਰਨ ਨੂੰ ਬਹੁਤ ਵੱਡੀਆਂ ਗੱਲਾਂ। ਹੁਣ ਜਿਹੜੇ ਭਈਏ ਨੇ, ਚਲੋ ਇਹ ਆਏ ਹੋਏ ਨੇ ਮਜ਼ਦੂਰੀ ਕਰਨ ਆਏ ਹੋਏ ਨੇ, ਇਹਨਾਂ ਨੇ ਵਿਚਾਰਿਆਂ ਨੇ ਢਿੱਡ ਭਰਨਾ। ਇਹਨਾਂ ਦਾ ਹਾਲ ਇਹ ਦੇਖੋ ਵੀ ਇਹ ਉਦਣ ਦੇ ਬੈਠਿਆ ਵਿਹਲੇ, ਇਹਨਾਂ ਨੂੰ ਘਰੋਂ ਸਾਰਾ ਕੁਝ ਦੇਣਾ ਪਤਾ, ਜਿਹੜਾ ਕੁਝ ਖਾਣ ਇਹਨਾਂ ਨੂੰ ਉਹੀ ਕੁਛ ਮਿਲਦਾ, ਮੌਜ ਕਰਦੇ ਆ। ਰੌਲਾ ਤਾਂ ਇਸ ਗੱਲ ਦਾ ਇਹ ਕਦਰ ਕਰਦੇ ਨੇ, ਜੇ ਅਸੀਂ ਇਹਨਾਂ ਦੀ ਕਦਰ ਕਰਦੇ ਹਾਂ ਸਾਡੀ ਵੀ ਕਦਰ ਕਰਦੇ ਨੇ। 10 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਆ ਪੰਜਾਬ ਦੇ ਵਿੱਚ। ਇਹਦੇ ਲਈ ਬਹੁਤ ਵੱਡੀ ਦਿੱਕਤ ਆ ਰਹੀ ਹੈ ਲੇਬਰ ਦੀ। ਲੇਬਰ ਨਹੀਂ ਮਿਲ ਰਹੀ। ਲੇਬਰ ਸਰਕਾਰਾਂ ਬਿਆਨ ਦੇਈ ਜਾਂਦੀਆਂ ਨੇ ਵੀ ਅਸੀਂ ਲੇਬਰ ਦਾ ਅਰੇਂਜਮੈਂਟ ਕਰਾਂਗੇ, ਆਹ ਕਰਾਂਗੇ, ਅਸੀਂ ਮਨਜ਼ੂਰੀਆਂ ਦੇਵਾਂਗੇ। ਉਹ ਤਾਂ ਸਿਰਫ ਇੱਕ ਫਾਰਮੈਲਿਟੀਆਂ ਨੇ। ਕਿਸਾਨ ਆਪਣੇ ਤੌਰ ਤੇ ਯੂਪੀ ਬਿਹਾਰ ਤੋਂ ਬੱਸਾਂ ਦੇ ਵਿੱਚ ਗੱਡੀਆਂ ਦੇ ਵਿੱਚ ਲੇਬਰ ਲੈ ਕੇ ਆ ਰਿਹਾ, ਜਿਹੜੀ ਕਿ ਬਹੁਤ ਮਹਿੰਗੀ ਪੈ ਰਹੀ ਆ। ਉਹਨਾਂ ਨੂੰ ਲਿਆ ਕੇ ਮੋਟਰਾਂ ਤੇ ਰੱਖ ਕੇ ਉਹਨਾਂ ਨੂੰ ਵਧੀਆ ਰਾਸ਼ਨ ਸਾਰਾ ਸਮਾਨ ਵੀ ਮੁਹੱਈਆ ਕਰ ਦਿੱਤਾ ਜਾ ਰਿਹਾ, ਤਾਂ ਕਿ ਜਿਹੜਾ ਝੋਨਾ ਪੰਜਾਬ ਦਾ ਲੱਗ ਸਕੇ। ਕਿਉਂਕਿ ਜੇ ਪੰਜਾਬ ਦਾ ਝੋਨਾ ਨਾ ਲੱਗਿਆ ਤਾਂ ਕਿਸਾਨ ਤਾਂ ਵੱਖਰੀ ਗੱਲ, ਇੰਡੀਆ ਹੀ ਭੁੱਖਾ ਮਰ ਜਾਊਗਾ। ਕਿਉਂਕਿ 50 ਤੋਂ 60% ਝੋਨਾ ਤੇ ਕਣਕ ਪੰਜਾਬ ਪੂਰੇ ਇੰਡੀਆ ਨੂੰ ਦਿੰਦਾ। ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦਾ ਕਿਸਾਨ ਅੱਜ ਕਰਜ਼ਈ ਹੋ ਰਿਹਾ, ਖੁਦਕਸ਼ੀਆਂ ਕਰ ਰਿਹਾ। ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਕੈਬਨਿਟ ਦੇ ਵਿੱਚ ਜੋ ਫੈਸਲਾ ਕਿਸਾਨ ਮਾਰੂ ਕੀਤਾ, ਬਹੁਤ ਮੰਦਭਾਗਾ। ਇੱਕ MSP ਖਤਮ ਕਰਨ ਦਾ ਇੱਕ ਵੱਡਾ ਕਦਮ ਚੱਕ ਲਿਆ ਇਹਨਾਂ ਨੇ। ਕਿਸਾਨਾਂ ਨੂੰ ਇਸ ਵਾਰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਮਦਦ ਲਈ ਅੱਗੇ ਆਵੇ। ਲੁਧਿਆਣਾ ਤੋਂ ਪੱਤਰਕਾਰ ਸੰਜੀਵ ਸੂਦ ਦੀ ਰਿਪੋਰਟ। ਜਾਂਦੇ ਇੱਕ ਵਾਰੀ ਫਿਰ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਅੰਮ੍ਰਿਤਸਰ 'ਚ ਕਰੋਨਾ ਦਾ ਕਹਿਰ, ਕੈਬਨਿਟ ਮੰਤਰੀ OP ਸੋਨੀ ਨੇ ਦਿੱਤੀ ਸਖਤ ਪ੍ਰਤੀਕਿਰਿਆ, ਦੱਸਿਆ ਵੱਡੀ ਗਿਣਤੀ 'ਚ ਮਰੀਜ਼ ਸਾਹਮਣੇ ਆਉਣ ਦਾ ਕਾਰਨ। ਜਲੰਧਰ 'ਚ ਬੇਕਾਬੂ ਗੈਸ ਦਾ ਟੈਂਕਰ ਚੱਲਦੀ ਕਾਰ ਉੱਤੇ ਡਿੱਗਿਆ, ਕਾਰ ਸਵਾਰ 2 ਲੋਕਾਂ ਦੀ ਮੌਕੇ ਤੇ ਹੀ ਹੋਈ ਮੌਤ। ਪੁਲਿਸ ਮੁਲਾਜ਼ਮਾਂ ਤੇ ਵਿਅਕਤੀ ਨੇ ਸ਼ਰੇਆਮ ਚਲਾਈਆਂ ਗੋਲੀਆਂ, ਮੌਕੇ ਦੀ ਵੀਡੀਓ ਆਈ ਸਾਹਮਣੇ। ਗੋਲੀਬਾਰੀ 'ਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ, 2 ਜ਼ਖਮੀ। ਸੂਬੇ ਅੰਦਰ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ, ਵੱਡੇ ਪੱਧਰ ਤੇ ਕਿਸਾਨ ਲਗਾ ਰਹੇ ਹਨ ਝੋਨਾ। ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਕਰਨਾ ਪੈ ਰਿਹਾ ਹੈ ਸਾਹਮਣਾ। ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। This show is sponsored by Ashoka Tandoori Range. Enjoy the Indian taste.